हेलो एवरीवन, मेरा नाम निष्ठा बंसल है। मैं एक फाइनल ईयर स्टूडेंट ਹਾਂ ਇੰਸੋਪਾਲ ਚ। ਮੈਂ ਆਪਣਾ ਨੀਟ 2020 ਚ ਦਿੱਤਾ ਸੀਗਾ ਤੇ ਮੇਰੇ ਮਾਰਕਸ 683 ਸੀਗੇ ਤੇ ਮੇਰਾ ਰੈਂਕ 484 ਸੀਗਾ। ਤਾਂ ਲਾਸਟ ਟਾਈਮ ਆਪਾਂ ਨੇ ਇੱਕ ਚੈਪਟਰ ਸਟਾਰਟ ਕੀਤਾ ਸੀ ਮਾਰਫੋਲੋਜੀ ਆਫ ਫਲਾਵਰਿੰਗ ਪਲਾਂਟਸ, ਤਾਂ ਜੋ ਨੂੰ ਅੱਗੇ ਕੰਟੀਨਿਊ ਕਰਾਂਗੇ। ਲਾਸਟ ਟਾਈਮ ਆਪਾਂ ਨੇ ਕੀ ਡਿਸਕਸ ਕੀਤਾ ਸੀਗਾ? ਜਨਰਲ ਚ ਕੀ ਡਿਸਕਸ ਕੀਤਾ ਸੀ? ਆਪਾਂ ਨੇ ਇੱਕ ਪਲਾਂਟ ਦੇ ਪਾਰਟਸ ਕੀ ਹੁੰਦੇ ਨੇ, ਉਸ ਤੋਂ ਬਾਅਦ ਰੂਟ ਦੇ ਬਾਰੇ ਪੜਿਆ ਸੀਗਾ ਕਿ ਟੈਪ ਰੂਟ ਸਿਸਟਮ ਤੇ ਫਾਈਬਰਸ ਰੂਟ ਸਿਸਟਮ ਕੀ ਤੇ ਐਡਵੈਂਟੀਸ਼ੀਅਸ ਰੂਟਸ ਕੀ ਹੁੰਦੀਆਂ ਨੇ ਤੇ ਰੂਟ ਨੂੰ ਸ਼ੂਟ ਨੂੰ ਕਿਵੇਂ ਡਿਫਰੈਂਸ਼ੀਏਟ ਕਰਦੇ ਨੇ। ਫਿਰ ਟੈਪ ਰੂਟ ਦੇ ਕੁਝ ਮੋਡੀਫਿਕੇਸ਼ਨਸ ਦੇਖਿਆ ਸੀਗੀਆਂ। ਉਸ ਤੋਂ ਬਾਅਦ ਰੀਜਨ ਆਫ ਰੂਟਸ ਦੇਖਿਆ ਸੀਗੇ ਕਿ ਕਿਹੜਾ ਡਿਵੀਜ਼ਨ ਦੇ ਅੰਦਰ ਇਨਵੋਲਵ ਹੈ, ਕਿਹੜਾ ਅਪਟੇਕ ਆਫ ਨਿਊਟ੍ਰੀਐਂਟਸ ਐਂਡ ਮਿਨਰਲਸ ਦੇ ਅੰਦਰ ਇਨਵੋਲਵਡ ਹੈ, ਉਹ ਸਭ। ਉਸ ਤੋਂ ਬਾਅਦ ਆਪਾਂ ਨੇ ਸਟੈਮ ਦੇ ਬਾਰੇ ਡਿਸਕਸ ਕੀਤਾ। ਫਿਰ ਉਸ ਤੋਂ ਬਾਅਦ ਆਪਾਂ ਆ ਗਏ ਸੀ ਲੀਫ ਤੇ ਲੀਫ ਤੇ ਆਪਾਂ ਨੇ ਪਾਰਟਸ ਆਫ ਲੀਫ ਦੇਖੇ। ਪਾਰਟਸ ਆਫ ਲੀਫ ਦੇਖਣ ਤੋਂ ਬਾਅਦ ਉਹਨਾਂ ਦੀ ਵੈਨੀਸ਼ਨ ਕਿਵੇਂ ਹੁੰਦੀ, ਪੈਰਲਲ ਹੁੰਦੀ ਹੈ ਫਿਰ ਰੈਟੀਕੂਲੇਟ ਹੁੰਦੀ ਹੈ। ਉਸ ਤੋਂ ਬਾਅਦ ਆਪਾਂ ਨੇ ਟਾਈਪਸ ਆਫ ਲੀਵਸ ਦੇਖੇ ਸੀਗੇ। ਉਸ ਤੋਂ ਬਾਅਦ ਟਾਈਪਸ ਆਫ ਲੀਵਸ ਤੋਂ ਬਾਅਦ ਆਪਾਂ ਨੇ ਦੇਖਿਆ ਕਿ ਜਿਹੜਾ ਕੰਪਾਊਂਡ ਲੀਫ ਹੈ ਮਤਲਬ ਲੀਵ ਸਿੰਪਲ ਜਾਂ ਕੰਪਾਊਂਡ ਹੋ ਸਕਦੇ ਨੇ। ਇਸ ਤੋਂ ਬਾਅਦ ਜਿਹੜਾ ਕੰਪਾਊਂਡ ਲੀਫ ਹੈ ਜਾਂ ਤਾਂ ਪਿਨੇਟਲੀ ਕੰਪਾਊਂਡ ਹੋ ਸਕਦਾ ਹੈ ਜਾਂ ਫਿਰ ਉਹ ਪਾਮੇਟਲੀ ਕੰਪਾਊਂਡ ਹੋ ਸਕਦਾ ਹੈ। ਹੁਣ ਉਸ ਤੋਂ ਬਾਅਦ ਆਪਾਂ ਨੇ ਫਾਈਲੋਟੈਕਸਿਸ ਸਟਾਰਟ ਕਰਨਾ ਸੀਗਾ। ਤੇ ਇੱਕ ਵਾਰ ਟਾਈਪਸ ਆਫ ਲੀਵਸ ਤੋਂ ਕੰਟੀਨਿਊ ਕਰਦੇ ਹੋ। ਜਿਹੜਾ ਲੀਫ ਹੈ ਜਾਂ ਤਾਂ ਸਿੰਪਲ ਹੋ ਸਕਦਾ ਜਦੋਂ ਜਿਹੜਾ ਲਿਮਾਈਨਾ ਹੈ ਉਹ ਇਟ ਇਜ਼ ਐਂਟਾਇਰ ਔਰ ਵੈਨ ਇਨਸਾਈਜ਼ਡ ਨॉट ਅਪ ਟੂ ਦ ਮਿਡਰਿਪ। ਜਿਹੜਾ ਮਿਡਰਿਪ ਤੱਕ ਜਿਹੜਾ ਲਿਮਾਈਨਾ ਹੈ ਉਹ ਮਿਡਰਿਪ ਤੱਕ ਇਨਸਾਈਜ਼ ਨਹੀਂ ਹੈ, ਜਾਂ ਤਾਂ ਇੰਟਾਇਰ ਹੈ मतलब ਕੰਪਲੀਟ ਹੈ, ਜਾਂ ਫਿਰ ਹੋ ਸਕਦਾ ਕਿ ਇਨਸਾਈਜ਼ਡ ਹੋ ਬਟ ਇਨਸਾਈਜ਼ਡ ਹੋਵੇ ਮਿਡਰਿਪ ਤੱਕ ਨਹੀਂ ਹੈ, ਤੁਹਾਨੂੰ ਕੀ ਬੋਲਾਂਗੇ? ਸਿੰਪਲ ਲੀਫ। ਉਸ ਤੋਂ ਬਾਅਦ ਆ ਜਾਂਦਾ ਕਿ ਜਦੋਂ ਇਨਸਿਜਨ ਮਿਡਰਿਪ ਤੱਕ ਹੋ ਜਾਂਦੀ ਹੈ ਤੇ ਲੀਫ ਨੂੰ ਇੱਕ ਨੰਬਰ ਆਫ ਲੀਫਲੇਟਸ ਅੰਦਰ ਡਿਵਾਈਡ ਕਰ ਦਿੰਦਾ, ਤੁਹਾਨੂੰ ਬੋਲਦੇ ਕੰਪਾਊਂਡ ਲੀਫ। ਫਿਰ ਕੀ ਹੁੰਦਾ ਕਿ ਬਡ ਇਜ਼ ਪ੍ਰੈਜ਼ੈਂਟ ਇਨ ਦੀ ਐਕਸਿਲ ਆਫ ਪੈਟਿਓਲ in both simple and compound leaves but not in the axil of leaflets of the compound leaf। ਇਹਦਾ ਮਤਲਬ ਕੀ ਹੈ ਕਿ ਆਪਾਂ ਨੇ ਦੇਖਿਆ ਸੀ ਜਦੋਂ ਪਾਰਟਸ ਆਫ ਲੀਫ ਪੜ੍ਹਦੇ ਹੋਏ ਕਿ ਇੱਕ ਐਕਸਿਲ ਲੀਫ ਦੇ ਐਕਸਿਲ ਆਫ ਪੈਟਿਓਲ ਦੇ ਅੰਦਰ ਪੂਰੇ ਇੱਕ ਬਡ ਪ੍ਰੈਜ਼ੈਂਟ ਹੁੰਦੀ ਹੈ, ਠੀਕ ਹੈ। ਤਾਂ ਉਹ ਚਾਹੇ ਕੰਪਾਊਂਡ ਲੀਫ ਹੋਵੇ ਚਾਹੇ ਸਿੰਪਲ ਲੀਫ ਹੋਵੇ, ਪੂਰੇ ਬਡ ਤੇ ਪ੍ਰੈਜ਼ੈਂਟ ਹੋਏਗੀ ਐਕਸਿਲ ਆਫ ਪੈਟਿਓਲ ਤੇ। ਬਟ ਜਿਹੜਾ ਕੰਪਾਊਂਡ ਲੀਫ ਦੇ ਲੀਫਲੇਟਸ ਹੈ, ਜਿਵੇਂ ਕੰਪਾਊਂਡ ਲੀਫ ਹੈ ਉਹਦੇ ਲੀਫਲੇਟਸ ਹੈ, ਠੀਕ ਹੈ। ਤਾਂ ਉਰੇ ਬਡ ਪ੍ਰੈਜ਼ੈਂਟ ਹੋਏਗੀ ਬਟ ਐਕਸਿਲ ਆਫ ਲੀਫਲੇਟ ਤੇ ਬਡ ਨਹੀਂ ਪ੍ਰੈਜ਼ੈਂਟ ਹੋਏਗੀ, ਤੇ ਇਹ ਡਿਫਰੈਂਸ ਹੈ। ਉਸ ਤੋਂ ਬਾਅਦ ਆ ਜਾਂਦੇ ਆਪਾਂ ਅੱਗੇ ਇਹਨਾਂ ਦੀ ਐਗਜ਼ਾਮਪਲਸ ਤੇ ਕਿ ਕੰਪਾਊਂਡ ਲੀਫ ਕਿੰਨੇ ਟਾਈਪਸ ਦੇ ਹੋ ਸਕਦੇ ਤੇ ਐਗਜ਼ਾਮਪਲਸ ਕੀ ਹੈ। ਹੁਣ ਕੰਪਾਊਂਡ ਲੀਫ ਜਾਂ ਤਾਂ ਪਿਨੇਟਲੀ ਕੰਪਾਊਂਡ ਹੋ ਸਕਦੇ ਜਾਂ ਫਿਰ ਪਾਮੇਟਲੀ ਕੰਪਾਊਂਡ ਹੋ ਸਕਦੇ ਹੈ, ਠੀਕ ਹੈ। ਹੁਣ ਪਿਨੇਟ ਤੇ ਪਾਮੇਟ ਦਾ ਕੀ ਮਤਲਬ ਹੈ? ਹੁਣ ਉਹਦੇ ਡਾਇਗਰਾਮ ਦੇਖੋ, ਇੱਕ ਫਿਗਰ 5.5 ਉਹਨਾਂ ਨੇ ਪਹਿਲੇ ਡਾਇਗਰਾਮ ਦਿਖਾਇਆ ਪਿਨੇਟਲੀ ਕੰਪਾਊਂਡ। ਪਿਨੇਟਲੀ ਕੰਪਾਊਂਡ ਕੀ ਜਿਹੜਾ ਲੀਫ ਹੈ ਉਹ ਬਹੁਤ ਸਾਰੇ ਨੰਬਰ ਆਫ ਲੀਫਲੇਟਸ ਅੰਦਰ ਡਿਵਾਈਡਡ ਹੈ ਤੇ ਕਾਮਨ ਮਿਡਰਿਬ ਜਾਂ ਫਿਰ ਰੈਕਿਸ ਜਿਹਨੂੰ ਬੋਲਦੇ ਉਹਦੇ ਨਾਲ ਅਟੈਚਡ ਹੈ, ਠੀਕ ਹੈ। ਤੇ ਉਹ ਰਿਪਰੈਜ਼ੈਂਟ ਕਰਨਾ ਮਿਡ ਲੀਫ ਆਫ ਦ ਲੀਫ, ਜਿਵੇਂ ਕਿ ਨੀਮ ਪਲਾਂਟ ਦੇ ਅੰਦਰ। ਤੇ ਦੂਜਾ ਆਉਂਦਾ ਪਾਮੇਟਲੀ ਕੰਪਾਊਂਡ ਲੀਫ, ਉਹਦੇ ਅੰਦਰ ਕੀ ਹੁੰਦਾ ਜਿਹੜੇ ਲੀਫਲੇਟਸ ਹੈ ਇੱਕ ਕਾਮਨ ਪੁਆਇੰਟ ਤੇ ਅਟੈਚਡ ਹੈ, ਦੈਟ ਇਜ਼ ਟਿਪ ਆਫ ਪੈਟਿਓਲ, ਜੋ ਕਿ ਇਹਦੇ ਅੰਦਰ ਹੁੰਦੇ ਸਿਲਕ ਕਾਟਨ ਦੇ ਅੰਦਰ। ਕਿਉਂਕਿ ਕਿ ਉਰੇ ਆਪਾਂ ਦੇਖ ਸਕਦੇ ਟਿਪ ਆਫ ਪੈਟਿਓਲ ਹੈ ਉਹਦੇ ਤੇ ਸਾਰੇ ਲੀਫਲੇਟਸ ਅਟੈਚਡ ਹੈ, ਤੇ ਹੈ ਐਗਜ਼ਾਮਪਲ ਸਿਲਕ ਕਾਟਨ। ਇਸ ਤੋਂ ਬਾਅਦ ਆਪਾਂ ਆ ਜਾਂਦੇ ਫਾਈਲੋਟੈਕਸੀ ਤੇ। ਫਾਈਲੋਟੈਕਸੀ ਕੀ ਹੁੰਦਾ? ਫਾਈਲੋਟੈਕਸੀ ਇਜ਼ arrangement of pattern of is the pattern of arrangement of leaves on the stem or branch। ਕੀ ਬੋਲਿਆ ਗਿਆ? arrangement of pattern of leaves on the stem or a branch। ਇਹ ਯੂਜੂਅਲੀ ਤਿੰਨ ਤਰ੍ਹਾਂ ਦਾ ਹੁੰਦਾ, alternate, opposite ਜਾਂ ਫਿਰ word। ਜਿਹੜਾ alternate ਫਾਈਲੋਟੈਕਸੀ ਹੁੰਦਾ ਉਹਦੇ ਵਿੱਚ ਕੀ ਹੁੰਦਾ ਕਿ ਹਰ ਇੱਕ ਨੋਡ ਤੋਂ ਇੱਕ ਸਿੰਗਲ ਲੀਫ ਹੀ ਅਰਾਈਜ਼ ਹੋਏਗਾ, ਕਿ ਇੱਕ ਸਿੰਗਲ ਲੀਫ ਹੀ ਹੈ ਜਿਹੜਾ ਹਰ ਇੱਕ ਨੋਡ ਤੋਂ ਆਉਂਦਾ ਬਟ ਇਹ ਆਲਟਰਨੇਟ ਮੈਨਰ ਦੇ ਅੰਦਰ ਹੁੰਦਾ। ਜਿਵੇਂ ਸਪੋਜ਼ ਅਗਰ ਇੱਕ ਬਾਰ ਲੈਫਟ ਤੇ ਰਾਈਟ ਤੇ ਆ ਗਿਆ ਤਾਂ ਇੱਕ ਬਾਰ ਲੈਫਟ ਤੇ ਆਏਗਾ, ਫਿਰ ਆਲਟਰਨੇਟ ਜਾਂਦਾ ਰਹੇਗਾ ਪੈਟਰਨ। ਆਲਟਰਨੇਟ ਆਪਾਂ ਨੂੰ ਕਿਹਦੇ ਅੰਦਰ ਮਿਲਦਾ? ਆਲਟਰਨੇਟ ਆਪਾਂ ਨੂੰ ਮਿਲਦਾ टाइप इन चाइना रोज, मस्टर्ड, सनफ्लावर। फिर उसके बाद आ जाते हैं ऑपोजिट। ऑपोजिट के अंदर की होंगे कि a pair of leaves arise at each node, ठीक है। ਤੇ ਆਪੋਜ਼ਿਟ ਕਿਹਦੇ ਅੰਦਰ ਮਿਲਦਾ ਆਪਾਂ ਨੂੰ? ਫਿਰ ਕੈਲੋਟ੍ਰੋਪਿਸ ਤੇ ਗੁਆਵਾ ਦੇ ਅੰਦਰ, ਠੀਕ ਹੈ। ਫਿਰ ਉਸ ਤੋਂ ਬਾਅਦ ਆ ਜਾਂਦੇ ਕਿ ਵਰਲਡ ਦਾ ਕੀ ਮਤਲਬ ਹੈ? ਜਦੋਂ ਮੋਰ ਦੈਨ 2 ਲੀਵਸ ਅਰਾਈਜ਼ ਐਟ ਅ ਨੋਡ ਤਾਂ ਉਹ ਬਣਾਉਂਦੇ ਕਿ ਇੱਕ ਵਰਲਡ ਬਣਾਉਂਦੇ, ਤਾਂ ਕਰਕੇ ਉਹਨੂੰ ਬੋਲਦੇ ਵਰਲਡ ਕਿਹਦੇ ਅੰਦਰ ਮਿਲਦੇ? ਐਰਿਸਟੋਨੀਆ ਦੇ ਅੰਦਰ। ਹੁਣ ਇੱਕ ਬਾਰ ਡਾਇਗਰਾਮ ਦੇਖਦੇ हैं। फिगर में हम पहले दिन दिखाया कि अपन ये ऑपोजिट है,
ਇੱਕ ਉਰੇ ਲੀਫ ਅਰਾਈਜ਼ ਹੋਇਆ ਤੇ ਉਸ ਤੋਂ ਬਾਅਦ ਉਰੇ ਫਿਰ ਮੈਂ ਆਲਟਰਨੇਟਿਵਲੀ ਇੱਕ ਨੋਟ ਤੇ ਇੱਕ ਲੀਫ ਬਾਹਰ ਆ ਰਿਹਾ ਤਾਂ ਉਹ ਹੁੰਦਾ ਚਾਈਨਾ ਰੋਜ਼ ਮਸਟਰਡ ਤੇ ਸਨਫਲਾਵਰ ਚਾਈਨਾ ਰੋਜ਼ ਮਸਟਰਡ ਸਨਫਲਾਵਰ ਆਲਟਰਨੇਟ ਤੇ ਇਹਦਾ ਇੱਕ ਨਿਮੋਨਿਕ ਬਣਾ ਸਕਦੇ ਹੋ ਸਕੈਮ ਸਨਫਲਾਵਰ ਚਾਈਨਾ ਰੋਜ਼ ਆਲਟਰਨੇਟ ਮਸਟਰਡ ਹੁਣ ਮੈਂ ਗੁਆਵਾ ਦੇ ਅੰਦਰ ਇੱਕ ਨੋਟ ਤੋਂ ਦੋ ਲੀਵਸ ਬਾਹਰ ਆਏ ਹੈ ਮਤਲਬ ਆਪੋਜ਼ਿਟ ਹੈ ਤੇ ਦੋ ਇੱਕ ਪੇਅਰ ਆਇਆ ਹੈ ਕਿਹਦੇ ਅੰਦਰ ਮਿਲਦਾ ਹੈ ਆਪਣੇ ਮਿਲਦਾ ਹੈ ਗੁਆਵਾ ਤੇ ਯੈਲੋ ਟ੍ਰੋਪਿਸ ਦੇ ਅੰਦਰ ਤੇ ਇਹਦਾ ਨਿਮੋਨਿਕ ਕੀ ਬਣ ਸਕਦਾ GOC ਗੁਆਵਾ ਆਲਟਰਨੇਟ ਕੈਲੋਟ੍ਰੋਪਿਸ फिर उसके बाद क्या आंदा वर्ल्ड से एस्टोनिया WA या AW इन्हें डायरेक्टली याद कर सकते हो तो ये हम एक नोड है ये नोड तो मल्टीपल लीव्स बाहर आ रहे हैं तो इस करके ये है वर्ल्ड अरेंजमेंट वर्ल्ड फाइलोटैक्सन ਹੁਣ ਆਪਾਂ ਆ ਰਹੇ ਹਾਂ ਇਨਫਲੋਰੈਸੈਂਸ ਹੁਣ ਇਨਫਲੋਰੈਸੈਂਸ ਦਾ ਕੀ ਮਤਲਬ ਹੈ ਇਨਫਲੋਰੈਸੈਂਸ ਕੀ ਹੁੰਦਾ ਕਿ flower is modified shoot wherein the shoot apical meristem changes to floral meristem when pucha hai what is flower a flower is a modified shoot wherein the shoot apical meristem changes to floral meristem when yani je internodes hai they do not elongate axis gets condensed theek hai axis produces different kinds of floral appendages ये होंगे floral appendages आएंगे बहुत सारे they laterally add successive nodes instead of leaves जब मैं शूट एपिकल मेरिस्टम की जगह की आएगा फ्लोरल एपिकल मेरिस्टम ठीक है उसके बाद लीव्स की जगह की आएंगे बहुत सारे फ्लावर दे पार्ट्स फ्लोरल अपेंडेजेस और आने की व्हेन अ टिप शूट टिप ट्रांसफॉर्म्स इनटू अ फ्लावर इट इज ऑलवेज सॉलिटरी क्योंकि कि जो भी शूट टिप हमेशा फ्लावर जिसमें मॉडिफाई होती है हमेशा सॉलिटरी होती है ਤਾਂ ਕਰਕੇ the arrangement of flower on the floral axis is termed as inflorescence ਕੀ ਬੋਲਿਆ ਗਿਆ ਕਿ ਜਿਹੜੀ flowers ਦੀ arrangement ਹੈ floral axis ਤੇ ਉਹਨੂੰ ਬੋਲਦੇ inflorescence ਹੁਣ depending on whether the apex gets developed into a flower or continue to grow two major types of inflorescence are identified ਕਿਹਦੇ ਬੇਸਿਸ ਤੇ ਕਿ ਜਾਂ ਤੇ ਜਿਹੜਾ apex ਹੈ ਉਹ ਡਿਵੈਲਪ ਹੋ ਜਾਏ flower ਦੇ ਅੰਦਰ ਤੇ ਜਾਂ ਫਿਰ continue to grow ਵੀ ਹੋ ਸਕਦਾ ਹੈ तो दो मेजर टाइप आते हैं रेसिमोस एंड साइमोस रेसिमोस एंड साइमोस हम जो रेसिमोस टाइप है टाइप ऑफ इनफ्लोरेसेंस है ਇਹਦੇ ਅੰਦਰ ਕੀ ਹੁੰਦਾ ਕਿ ਜਿਹੜਾ ਮੇਨ ਐਕਸਿਸ ਹੈ ਉਹ ਕੰਟੀਨਿਊ ਟੂ ਗਰੋ ਹੁੰਦਾ ਐਂਡ ਫਲਾਵਰ ਆਰ ਬੋਰਨ ਲੈਟਰਲੀ ਇਨ ਦੀ ਐਕਰੋਪਿਟਲ ਸਕਸੈਸ਼ਨ ਕੀ ਹੁੰਦਾ ਰੈਸਿਮੋਸ ਦੇ ਅੰਦਰ ਕਿ ਜਿਹੜਾ ਇਨਫਲੋਰੈਸੈਂਸ ਹੈ ਉਹ ਮੇਨ ਐਕਸਿਸ ਤੇ ਹੈ ਐਂਡ ਕੰਟੀਨਿਊਸ ਟੂ ਗਰੋ ਇਨਫਲੋਰੈਸੈਂਸ ਆਫ ਮੇਨ ਐਕਸਿਸ continues to grow, the flower are born laterally in the acropetal succession. So name important आ जाता है कि they are born laterally in acropetal succession. Now the opposite आते हैं cymos. Cymos का की है कि type of inflorescence है जिसके अंदर main axis terminates in the flower. But the main axis continue to grow सीगी पूरे की होएगा main axis terminates in the flower. ठीक है hence limited growth ਤੇ ਜਿਹੜੇ flowers ਉਹ ਕਿਹੜੇ ਆਰਡਰ ਦੇ ਅੰਦਰ ਆਉਂਦੇ flowers are born in basipetal order ਹੁਣ ਇਹਨਾਂ ਦੋਨਾਂ ਦਾ ਮਤਲਬ ਕੀ ਹੈ ਉਹ ਆਪਾਂ ਇੱਕ ਵਾਰ ਡਾਇਗਰਾਮ ਥਰੂ ਦੇਖਦੇ ਹਾਂ ਪਹਿਲਾ ਆਪਣਾ ਹੈਗਾ ਕਿ ਰੈਸਿਮੋਸ ਦੀ ਡਾਇਗਰਾਮ ਰੈਸਿਮੋਸ ਦੇ ਅੰਦਰ ਕੀ ਬੋਲਿਆ ਗਿਆ ਕਿ ਜਿਹੜੀ ਮੇਨ ਸ਼ੂਟ ਹੈ ਉਹ ਤਾਂ ਕੰਟੀਨਿਊ ਟੂ ਗਰੋ ਹੋਏਗੀ ਠੀਕ ਹੈ ਤੇ ਜਿਹੜੇ ਫਲਾਵਰਸ ਆ ਦੇ ਲੈਟਰਲੀ ਬੋਰਨ ਤੇ ਜਿਹੜੇ ਆਪਾਂ ਨੂੰ ਮੇਨ ਸਟੈਮ ਦਿਖ ਰਹੀ ਹੈ ਉਹਦੇ ਲੈਟਰਲ ਜਾਵਾਂਗੇ ਤਾਂ ਫਲਾਵਰ ਹੈ ਪੂਰੇ ਲੈਟਰਲ ਜਾਵਾਂਗੇ ਫਲਾਵਰ ਹੈ ਫਿਰ ਲੈਟਰਲ ਜਾਵਾਂਗੇ ਫਲਾਵਰ ਹੈ ਬਟ ਜਿਹੜੀ ਟਿਪ ਆਫ ਸ਼ੂਟ ਹੈ ਉਹ ਕੰਟੀਨਿਊ ਟੂ ਗਰੋ ਹੋ ਰਹੀ ਹੈ ਉਹ ਸਟਾਪ ਨਹੀਂ ਹੋ ਰਹੀ ਹੈ ਫਲੋਰਲ ਮੈਰਿਸਟਮ ਦੇ ਅੰਦਰ ਨਹੀਂ ਚੇਂਜ ਹੋ ਰਹੀ ਹੈ rather ਜਿਹੜੇ ਉਹਦੇ ਨੋਡਸ ਤੇ ਫਲੋਰਲ ਮੈਰਿਸਟਮ ਹੈ ਮਤਲਬ ਸ਼ੂਟ ਮੈਰਿਸਟਮ ਹੈ ਫਲੋਰਲ ਮੈਰਿਸਟਮ ਦੇ ਚੇਂਜ ਹੋ ਰਿਹਾ ਜਿਹੜੇ ਫਲਾਵਰਸ ਉਹਨੇ ਐਕਰੋਪਿਟਲ ਸਕਸੈਸ਼ਨ ਐਕਰੋਪਿਟਲ ਮਤਲਬ ਕਿ ਜਿਹੜਾ 올ਡੈਸਟ ਫਲਾਵਰ ਹੈ ਉਹ ਬੇਸ ਤੇ ਮਿਲੇਗਾ ਬੇਸ ਤੇ 올ਡੈਸਟ ਤੇ ਟਿਪ ਤੇ मोस्ट नीच ठीक है ਹੁਣ ਆ ਜਾਂਦੇ ਸਾਈਮੋਸ ਸਾਈਮੋਸ ਅੰਦਰ ਕੀ ਹੈ ਜਿਹੜਾ ਰੂਟ ਸ਼ੂਟ ਦਾ ਟਿਪ ਹੈ ਉਹਦਾ ਚੇਂਜ ਹੋ ਗਿਆ ਫਲੋਰਲ ਮੈਰਿਸਟਮ ਦੇ ਅੰਦਰ ਤੇ ਉਹ ਟਿਪ ਤੇ ਆ ਗਿਆ ਉਸ ਤੋਂ ਬਾਅਦ ਸ਼ੂਟ ਦੀ ਗਰੋਥ ਲਿਮਿਟਡ ਹੁੰਦੀ ਹੈ ਜ਼ਿਆਦਾ ਉਸ ਤੋਂ ਬਾਅਦ ਗਰੋ ਨਹੀਂ ਹੁੰਦੀ ਹੈ ਕਿਉਂਕਿ ਐਪੀਕਲ ਮੈਰਿਸਟਮ ਫਲੋਰਲ ਮੈਰਿਸਟਮ ਨਾਲ ਚੇਂਜ ਹੋ ਚੁੱਕਿਆ ਤੇ ਬਾਕੀ ਫਲਾਵਰਸ ਕੇ ਮੈਨੇ ਹਮ ਲੈਟਰਲੀ ਆ ਜਾਂਦੇ ਨੇ ਇਸ ਕਰਕੇ ਅਗਰ ਇਹਦੀ ਆਰਡਰ ਬੋਲਿਆ ਜਾਵੇ ਕਿ ਇਹਨੂੰ ਬੋਲਦੇ ਬੇਸਿਪਿਟਲ ਬੇਸਿਪਿਟਲ ਕਿਉਂ
ਜਿਹੜਾ ਮਤਲਬ ਟੌਪ ਤੇ ਫਲਾਰ ਹੈ ਇਹ ਤਾਂ ਹੋਏਗਾ ਓਲਡੈਸਟ, ਠੀਕ ਹੈ। ਤੇ ਜਿਹੜਾ ਬੇਸ ਤੇ ਫਲਾਰਸ ਹੈ, ਬੇਸ ਇਹ ਹੋਣਗੇ ਮੋਸਟ ਨਿਊ, ਠੀਕ ਹੈ। ਤਾਂ ਕਰਕੇ ਇਹਨੂੰ ਬੋਲਦੇ ਬੇਸਿਪੀਟਲ ਤੇ ਐਕਟੋਪੀਟਲ ਮਤਲਬ ਐਕਰੋ ਤੇ ਟੌਪ ਤੇ ਨਿਊ ਫਲਾਰ। ਹੁਣ ਆ ਜਾਂਦੇ ਦ ਫਲਾਰ, ਫਲਾਰ ਕੀ ਹੈ ਜਿਹਦੇ ਕੀ ਟਾਈਪਸ ਹੈ, ਠੀਕ ਹੈ। ਹੁਣ ਆ ਜਾਂਦਾ ਕਿ ਦ ਫਲਾਰ ਇਜ਼ ਦ ਰੀਪਰੋਡਕਟਿਵ यूनिट इन द एंजियोस्पर्म्स, की है रिप्रोडक्टिव यूनिट है किसके अंदर, एंजियोस्पर्म्स के अंदर। ये एंजियोस्पर्म्स की है एक्सक्लूसिवली फ्लावरिंग प्लांट्स। व्हाट इट इज मेंट फॉर सेक्सुअल रिप्रोडक्शन। ਤੇ ਜਿਹੜੇ ਟਿਪੀਕਲ ਫਲਾਵਰਸ ਹੈ ਉਹਨਾਂ ਕੋਲ 4 ਡਿਫਰੈਂਟ ਕਾਈਂਡ ਆਫ ਵਰਲਸ ਹੁੰਦੇ ਨੇ ਤੇ ਜਿਹੜੇ ਸਕਸੈਸਿਵਲੀ ਅਰੇਂਜ ਹੋ ਜਾਂਦੇ ਨੇ ਔਨ ਦੀ ਸਵੋਲਨ ਐਂਡ ਆਫ ਦੀ ਸਟਾਕ ਜਾਂ ਫਿਰ ਪੈਡੀਕਲ, ਜਿਹਨੂੰ ਕੀ ਬੋਲਦੇ ਥੈਲਮਸ ਜਾਂ ਫਿਰ ਰਿਸੈਪਟੇਕਲ। ਕਿ ਜਿਹੜਾ ਸਵੋਲਨ ਐਂਡ ਹੈ ਸਟਾਕ ਜਾਂ ਪੈਡੀਕਲ ਦਾ ਉਹਨੂੰ ਬੋਲਦੇ ਥੈਲਮਸ ਜਾਂ ਫਿਰ ਰਿਸੈਪਟੇਕਲ, ਤੇ ਉਹਦੇ ਉੱਤੇ ਬਹੁਤ ਸਾਰੇ ਪਲਾਂਟ ਦੇ ਵਰਲਸ ਹੈ ਉਹ ਗਰੋ ਹੁੰਦੇ ਨੇ। ਹੁਣ ਕਿਹੜੇ ਕਿਹੜੇ ਹੁੰਦੇ ਨੇ, ਕੈਲਿਕਸ, ਕਰੋਲਾ, ਐਂਡੋਸ਼ੀਅਮ ਤੇ ਗਾਇਨੋਸ਼ੀਅਮ। ਕੈਲਿਕਸ ਹੈ ਤੇ ਜਿਹੜੇ ਕੈਲਿਕਸ ਤੇ ਕਰੋਲਾ ਹੈ ਉਹ ਦੋਨੋਂ ਹੈ ਐਕਸੈਸਰੀ ਆਰਗਨਸ, ਠੀਕ ਹੈ। ਤੇ ਜਿਹੜਾ ਐਂਡੋਸ਼ੀਅਮ ਤੇ ਗਾਇਨੋਸ਼ੀਅਮ ਹੈ ਉਹ ਹੈ ਰਿਪਰੋਡਕਟਿਵ ਆਰਗਨਸ। ਹੁਣ ਜਿਹੜੇ ਕੁਝ ਪਲਾਂਟਸ ਹੈ ਜਿਵੇਂ ਕਿ ਫਲਾਵਰਸ ਐਂਡ ਲਿਲੀ, the calyx or corolla are not distinct in a termed as perianth। ਕੀ ਬੋਲਿਆ ਗਿਆ, ਪੈਰੀਐਂਥ ਕਿਹਦੇ ਅੰਦਰ ਪ੍ਰੈਜ਼ੈਂਟ ਹੁੰਦਾ, ਲਿਲੀ ਦੇ ਅੰਦਰ। ਤੇ ਇਹਦਾ ਮਤਲਬ ਕੀ ਹੈ, ਜਿਹੜਾ ਕੈਲਿਕਸ ਤੇ ਕਰੋਲਾ ਹੈ ਉਹ ਡਿਸਟਿੰਕਟ ਨਹੀਂ ਹੈ, ਠੀਕ ਹੈ। ਹੁਣ when a flower has androecium and gynoecium it is bisexual। दोनों प्रेजेंट है, both androecium and gynoecium and the bisexual। ਤੇ only stamen ਜਾਂ ਫਿਰ carpel ਹੋਵੇ ਤਾਂ unisex। ਠੀਕ ਹੈ। ਹੁਣ ਆ ਜਾਂਦੇ ਹੁਣ ਇਹਨਾਂ ਦੀ ਸਿਮੈਟਰੀ, ਸਿਮੈਟਰੀ ਕਿਵੇਂ ਆ। ਹੁਣ ਕੋਈ ਵੀ ਜਦ ਮੈਂ ਸਿਮੈਟਰੀ ਦੀ ਗੱਲ ਕੀਤੀ ਜਾਵੇ ਤਾਂ ਸਿਮੈਟਰੀ ਦੇ ਅੰਦਰ ਹੁੰਦਾ ਕਿ ਜਾਂ ਤਾਂ ਐਕਟੀਨੋਮੋਰਫਿਕ ਹੋਏਗਾ ਰੇਡੀਅਲ ਸਿਮੈਟਰੀ ਜਾਂ ਫਿਰ ਜ਼ਾਈਗੋਮੋਰਫਿਕ ਹੋਏਗਾ, ठीक है। पर एक्टिनोमॉर्फिक मतलब रेडियल है तो जाइगोमॉर्फिक मतलब बायलेटरल है। हम प्लांट के अंदर रेडियल तो बायलेटरल कैसे डिफाइन कर दे ओदे बारे देखते हैं। You know, flower can be divided into two equal radial halves, two equal radial halves in any radial plane passing through the center। It is said to be actinomorphic। ये बोला गया ਜਦੋਂ ਕੋਈ ਵੀ ਰੇਡੀਅਲ ਪਲੇਨ ਉਹਨੂੰ ਦੋ ਐਗਜ਼ੈਕਟਲੀ ਇਕੁਅਲ ਹਾਫਸ ਨਾਲ ਡਿਵਾਈਡ ਕਰ ਦਿੰਦੀ ਹੈ ਜਿਹੜੀ ਸੈਂਟਰ ਦੇ ਥਰੂ ਪਾਸ ਹੋ ਰਹੀ ਹੈ ਤਾਂ ਉਹਨੂੰ ਬੋਲਦੇ ਐਕਟੀਨੋਮੋਰਫਿਕ। ਪਰ ਐਕਟੀਨੋਮੋਰਫਿਕ ਦੀ ਐਗਜ਼ਾਮਪਲਸ ਕੀ ਕੀ ਹੈ, ਇਹ ਹੈ ਮਸਟਰਡ, ਧਤੂਰਾ, ਚਿਲੀ, ਠੀਕ ਹੈ। ਉਸ ਤੋਂ ਬਾਅਦ ਮੈਨੂੰ ਹੁੰਦਾ ਕਿ ਜਦੋਂ ਇਹ ਨਾ ਦੋ ਇਕੁਅਲ ਪਾਰਟਸ ਦੇ ਅੰਦਰ ਡਿਵਾਈਡ ਕਰ ਸਕਦੇ ਹਾਫਸ ਦੇ ਅੰਦਰ ਬਟ ਸਿਰਫ ਇੱਕ ਹੀ ਪਲੇਨ ਦੇ ਅੰਦਰ, two similar halves only in one particular vertical plane, है ना। It is said to be zygomorphic। Zygomorphic peak will mover beans the cassia। Nonetheless, a flower is asymmetric या फिर irregular if it cannot be divided into two similar halves by any vertical plane passing through the center। ਹੁਣ ਆਪਾਂ ਨੇ ਮਲਟੀਪਲ ਪਲੇਨਸ ਪਾਸ ਕੀਤੇ ਬਟ ਕੋਈ ਵੀ ਪਲੇਨ ਨਹੀਂ ਮਿਲੀ ਜਿਹਦੇ ਅੰਦਰ ਉਹ ਆਇਡੈਂਟੀਕਲ ਹਾਫਸ ਦੇ ਅੰਦਰ ਡਿਵਾਈਡ ਹੋ ਸਕੇ ਤਾਂ ਉਹਨੂੰ ਕੀ ਬੋਲਾਂਗੇ, ਬੋਲਾਂਗੇ ਏਸਿਮੈਟ੍ਰਿਕ ਬੋਲਾਂਗੇ। ਤਾਂ ਏਸਿਮੈਟ੍ਰਿਕ ਪਲਾਂਟ ਹੁੰਦਾ, ਫਲਾਰ ਹੁੰਦਾ ਜਿਹਦੇ ਅੰਦਰ ਉਹਨੂੰ ਕਿਸੇ ਵੀ ਪਲੇਨ ਦੇ ਥਰੂ ਦੋ ਇਕੁਅਲ ਹਾਫਸ ਨਾਲ ਡਿਵਾਈਡ ਨਹੀਂ ਕੀਤਾ ਜਾ ਸਕਦਾ। ਤੇ ਏਸਿਮੈਟ੍ਰਿਕ ਕਿਹਦੇ ਅੰਦਰ ਮਿਲਦਾ ਆਪਾਂ ਨੂੰ, ਕੈਮਰਾ ਦੇ ਅੰਦਰ, ਏਸਿਮੈਟ੍ਰਿਕ ਕੈਮਰਾ। ਹੁਣ ਉਸ ਤੋਂ ਬਾਅਦ ਆ ਜਾਂਦਾ ਕਿ ਅ ਫਲਾਰ ਹੈ ਜਾਂ ਤਾਂ ਟ੍ਰਾਈਮੇਰਸ ਹੋ ਸਕਦਾ ਹੈ, ਟੈਟਰਾਮੇਰਸ ਹੋ ਸਕਦਾ ਹੈ ਜਾਂ ਫਿਰ ਪੈਂਟਾਮੇਰਸ ਹੋ ਸਕਦਾ ਹੈ। ਹੁਣ ਇਹਦਾ ਕੀ ਮਤਲਬ ਹੈ, ਹੁਣ ਜਿਹੜਾ ਫਲਾਰ ਹੈ ਉਹਦੇ ਕੋਲ ਮਲਟੀਪਲ ਫਲੋਰਲ ਐਪੈਂਡੇजेस ਹੁੰਦੇ ਨੇ ਤੇ ਉਹ ਫਲੋਰਲ ਐਪੈਂਡੇजेस ਕਿਹਦੇ ਮਲਟੀਪਲ ਦੇ ਅੰਦਰ ਹੁੰਦੇ ਨੇ, 3, 4 ਜਾਂ ਫਿਰ 5। ਹੁਣ ਜਿਹੜਾ ਫਲਾਰ ਹੈ ਵਿਦ bracts reduced leaves are found at the base of the pedicel are called bracteate। ਤੇ ਜਿਹਨਾਂ ਕੋਲ bracts ਨਹੀਂ ਹੁੰਦੇ ਇਹਨੂੰ ebracteate ਬੋਲਦੇ ਆ। ਹੁਣ ਇਹਦਾ ਮਤਲਬ ਕੀ ਹੈ, ਜਿਵੇਂ ਕਿ ਆਪਾਂ ਨੇ ਬੋਲਿਆ ਸੀਗਾ ਕਿ ਐਵੇਂ ਆਪਾਂ ਨੂੰ ਐਵੇਂ ਸ਼ੂਟ ਹੈ, ਸ਼ੂਟ ਦੀ ਬ੍ਰਾਂਚ ਨਿਕਲ ਰਹੀ ਹੈ ਤੇ ਉਹਦੇ ਨੋਡ ਹੋਣਗੇ। ਐਵੇਂ ਨੋਡ ਦੀ ਜਗ੍ਹਾ ਜਦੋਂ ਪੈਡੀਸੈਲ ਦੇ ਅੰਦਰ ਆਹ ਪੈਡੀਸੈਲ ਹੈ ਇਹਦੇ ਐਂਗਲ ਦੇ ਅੰਦਰ ਆਪਾਂ ਨੂੰ ਇੱਕ ਰਿਡਿਊਸਡ ਲੀਫ ਮਿਲਦਾ ਤੇ ਉਹਨੂੰ ਕੀ ਬੋਲਦੇ ਆ, ਬ੍ਰੈਕਟ। ਹੁਣ ਜਿਹੜੇ ਪਲਾਂਟ ਦਾ ਬ੍ਰੈਕਟ ਪ੍ਰੈਜ਼ੈਂਟ ਹੈ ਉਹਨੂੰ ਬੋਲਾਂਗੇ ਬ੍ਰੈਕਟੀਏਟ, ਜਿਹਦੇ ਬ੍ਰੈਕਟਸ ਨਹੀਂ ਪ੍ਰੈਜ਼ੈਂਟ ਉਹਨੂੰ ਬੋਲਾਂਗੇ ਈਬ੍ਰੈਕਟੀਏਟ, ਠੀਕ ਹੈ। ਉੱਪਰ ਆ ਜਾਂਦੇ ਕਿ ਜਿਹੜੇ ਫਲੋਰਲ ਐਪੈਂਡੇजेस है या तो ट्राइमेरस, टेट्रामेरस या फिर पेंटामेरस हो सकते हैं, मतलब तीन, चार या फिर 5 ने मल्टीपल्स के अंदर। मेरे ध्यान रखने की बोला गया मल्टीपल्स, नंबर नहीं बोला गया, मल्टीपल्स बोला गया, ठीक
ਹੁਣ ਅੱਗੇ ਚੱਲ ਜਾ ਆਪਾਂ। On the basis of the position of calyx, corolla and androecium in respect to the ovary of the thalamus। ਕੀ ਬੋਲੀ ਗਈ? ਪੋਜੀਸ਼ਨ ਆਫ ਕੈਲਿਕਸ, ਕਰੋਲਾ ਤੇ ਐਂਡੋਸ਼ੀਅਮ ਕਿਹਦੇ ਰਿਸਪੈਕਟ ਦੇ ਅੰਦਰ? ਓਵਰੀ ਦੇ ਰਿਸਪੈਕਟ ਦੇ ਅੰਦਰ, ਥੈਲਮਸ ਤੇ। ਜਿਹੜਾ ਫਲਾਰ ਨੂੰ ਤਿੰਨ ਦੇ ਅੰਦਰ ਡਿਵਾਈਡ ਕੀਤਾ ਜਾ ਸਕਦਾ, ਹਾਈਪੋਗਾਈਨਸ, ਪੈਰੀਗਾਈਨਸ ਤੇ ਐਪੀਗਾਈਨਸ। ਹੁਣ ਉਹਦੇ ਧਿਆਨ ਨਾਲ ਸੁਣਨਾ, ਹਾਈਪੋ, ਪੈਰੀ ਤੇ ਐਪੀ ਦਾ ਕੀ ਮਤਲਬ ਹੈ ਤੇ ਡਾਇਗਰਾਮ ਵਿੱਚ ਨਾ ਸਮਝਣਾ, ਕਿਉਂਕਿ ਕਾਫੀ ਵਾਰ ਕਨਫਿਊਜ਼ਨ ਹੋ ਜਾਂਦੀ ਹੈ। ਹੁਣ ਜਿਹੜਾ ਹਾਈਪੋਗਾਈਨਸ ਫਲਾਰ ਹੈ, ਉਹਦੇ ਅੰਦਰ ਕੀ ਹੁੰਦਾ ਹੈ? ਜਿਹੜਾ ਗਾਇਨੋਸ਼ੀਅਮ ਹੈ ਉਹ ਆਕਿਊਪਾਈ ਕਰਦੇ ਹਾਈਐਸਟ ਪੋਜੀਸ਼ਨ। ਜਿਹੜੇ ਕਿ ਬਾਕੀ ਪਾਰਟਸ ਹੁੰਦੇ ਉਹ ਗਾਇਨੋਸ਼ੀਅਮ ਦੇ ਨੀਚੇ ਹੁੰਦੇ ਨੇ। ਇਸ ਕਰਕੇ ਜਿਹੜੇ ਓਵਰੀ ਦੀ ਪੋਜੀਸ਼ਨ ਹੁੰਦੀ ਉਹਨੂੰ ਬੋਲਦੇ ਸੁਪੀਰੀਅਰ। ਕਿਹਦੇ ਅੰਦਰ ਮਿਲਦਾ ਹੈ? ਮਸਟਰਡ, ਚਾਈਨਾ ਰੋਜ਼ ਤੇ ਬ੍ਰਿੰਜਲ ਦੇ ਅੰਦਰ। ਠੀਕ ਹੈ, ਇਹ ਤਾਂ ਹੋ ਗਿਆ ਹਾਈਪੋਗਾਈਨਸ ਫਲਾਰ। ਇੰਨਾ ਉਸ ਤੋਂ ਬਾਅਦ ਆ ਜਾਂਦੇ, ਅਗਰ ਜਿਹੜਾ ਗਾਇਨੋਸ਼ੀਅਮ ਹੈ ਉਹ ਸਿਚੁਏਟਡ ਹੁੰਦਾ ਹੈ ਆਪਣਾ ਸੈਂਟਰ ਦੇ ਅੰਦਰ, and the other parts of the plant are located at the rim of the thalamus। गाइनोशियम है वो सेंटर के अंदर है, बाकी प्लांट्स कितने ने? रिम ऑफ थैलेमस ते। ठीक है, ऑलमोस्ट एट द सेम लेवल। तो उन्हें की बोलते हैं? पेरिगाइनस। तो उरे ओवरी ने की बोलते हैं? ओवरी इज हाफ इंफीरियर। कितना मिलती है? प्लम रोज, पीच, प्लम रोज ते पीच। ये हो गया अपना एपिगाइनस, पेरिगाइनस सॉरी। पेरिगाइनस मतलब कि गाइनोशियम है ਜਿਹੜਾ ਉਹ ਐਟ ਦ ਸੇਮ ਲੈਵਲ ਹੈ ਬਾਕੀ ਸਟਰਕਚਰਸ ਦੇ। ਇੱਕ ਵਾਰ ਡਾਇਗਰਾਮ ਨਾਲ ਸਮਝਦੇ ਹਾਂ। ਪਹਿਲਾਂ ਤਾਂ ਆਪਾਂ ਨੇ ਪੜਿਆ ਕਿ ਹਾਈਪੋਗਾਈਨਸ ਕੀ ਹੈ। ਹਾਈਪੋਗਾਈਨਸ मतलब कि गाइनोशियम सब तो हाईएस्ट पोजीशन है। गाइनोशियम हाईएस्ट है तो मतलब इनडायरेक्टली ओवरी हाईएस्ट पोजीशन ਤੇ ਹੈ ਨਾ। ਜਿਹੜਾ ਬਾਕੀ ਵੀ ਜਿਵੇਂ ਆਹ ਓਵਰੀ ਦਾ ਉਰੋ ਓਰੀਜਿਨੇਟ ਹੋ ਰਿਹਾ, ਬਟ ਐਂਡੋਸ਼ੀਅਮ, ਕਰੋਲਾ ਤੇ ਕੈਲਿਕਸ ਤਿੰਨੋਂ ਦੇ ਨੀਚੋਂ ਓਰੀਜਿਨੇਟ ਹੋ ਰਹੇ, ਤਾਂ ਉਹਦੇ ਬਿਲੋ ਹੈ। ਤਾਂ ਕਰਕੇ ਅਰੇਂਜਮੈਂਟ ਕੀ ਹੋਗੀ? ਹਾਈਪੋਗਾਈਨਸ, ਓਵਰੀ ਕੀ ਹੋਗੀ? ਸੁਪੀਰੀਅਰ ਤੇ ਸਟਿਗਮਾ ਸੀਗਾ ਜਿਹੜਾ ਉਹ ਹੈ ਹਾਈਐਸਟ, ਜਾਂ ਫਿਰ ਐਂਡੋਸ਼ੀਅਮ ਹੈ ਹਾਈਐਸਟ, ਗਾਇਨੋਸ਼ੀਅਮ ਆਈ ਮੀਨ। ਫਿਰ ਆ ਜਾਂਦਾ ਪੈਰੀਗਾਈਨਸ। ਪੈਰੀਗਾਈਨਸ ਦਾ ਕੀ ਬੋਲਿਆ ਸੀ? ਜਿਹੜੇ ਜਿੰਨੇ ਵੀ ਸਾਰੇ ਪਲਾਂਟ ਦੇ ਫਲਾਰ ਦੇ ਵਰਲਸ ਹੈ ਉਹ ਰਿਮ, ਥੈਲਮਸ ਦੇ ਰਿਮ ਦੇ ਐਂਡ ਤੇ ਇਨਸਰਟ ਜੁਆਇਨ ਹੁੰਦੇ ਨੇ। ਤੇ ਜਿਵੇਂ ਕਿ ਆਪਾਂ ਹੁਣ ਥੈਲਮਸ ਨੂੰ ਟ੍ਰੇਸ ਕਰੀਏ ਤੇ ਇਹਦੇ ਰਿਮ ਤੇ ਐਂਡ ਤੇ ਐਂਡੋਸ਼ੀਅਮ, ਕੈਲਿਕਸ ਤੇ ਕਰੋਲਾ ਤੇ ਕੈਲਿਕਸ ਹੈ। ਹੁਣ ਆ ਜਾਂਦਾ ਕਿ ਜਿਹੜਾ ਓਵਰੀ ਹੈ ਇਹਨਾਂ ਦਾ ਲੈਵਲ ਤੇ ਆਲਮੋਸਟ ਓਵਰੀ ਦਾ ਲੈਵਲ ਕਿ ਉਹ ਸੇਮ ਤੇ ਹੀ ਹੈ। ਇਹ ਡਾਇਗਰਾਮ ਨਾਲ ਦੂਜੀ ਡਾਇਗਰਾਮ ਜਿਹੜੀ ਇਹ ਸੀ ਇਹਨਾਂ ਜ਼ਿਆਦਾ ਅੱਛੀ ਤਰ੍ਹਾਂ ਸਮਝ ਆਉਂਦਾ ਹੈ। ਓਵਰੀ ਸੇਮ ਲੈਵਲ ਤੇ, ਐਂਡੋਸ਼ੀਅਮ, ਕਰੋਲਾ ਤੇ ਕੈਲਿਕਸ ਉਹ ਵੀ ਸੇਮ ਲੈਵਲ ਤੇ। ਇਸ ਕਰਕੇ ਉਹਦੇ ਓਵਰੀ ਨੂੰ ਕੀ ਬੋਲਦੇ? ਹਾਫ ਇੰਫੀਰੀਅਰ। ਤੇ ਜਿਹੜਾ ਗਾਇਨੋਸ਼ੀਅਮ ਉਹ ਸੈਂਟਰ ਪੋਜੀਸ਼ਨ ਤੇ ਹੁੰਦਾ ਐਟ ਦ ਸੇਮ ਲੈਵਲ। ਹੁਣ ਲਾਸਟ ਕਾਰਨ ਹੈ ਐਪੀਗਾਈਨਸ। ਨਿਕਬਰ ਐਪੀਗਾਈਨਸ ਦੇਖਦੇ ਕੀ ਹੁੰਦਾ ਹੈ। ਹੁਣ ਜਿਹੜਾ ਐਪੀਗਾਈਨਸ ਹੈ ਉਹਦੇ ਅੰਦਰ ਕੀ ਹੁੰਦਾ? ਮਾਰਜਿਨਸ ਆਫ ਥੈਲਮਸ ਹੈ ਉਹ ਅਪਵਰਡ ਗਰੋ ਹੋ ਜਾਂਦੇ ਨੇ ਇਨਕਲੂਸਿੰਗ ਦੀ ਓਵਰੀ ਕੰਪਲੀਟਲੀ ਗੈਟਿੰਗ ਫਿਊਜ਼ਡ ਵਿਦ ਇਟ। ਹੁਣ ਜਿਹੜੇ ਅਦਰ ਪਾਰਟਸ ਆਫ ਫਲਾਵਰ ਹੈ ਉਹ ਅਰਾਈਜ਼ ਕਰਦੇ ਨੇ ਅਬਵ ਦੀ ਓਵਰੀ, other parts above the ovary, hence ovary is said to be inferior, as in flowers of guava, cucumber and ray floret of sunflower। नहीं हो गया एपिगाइनस। एपिगाइनस ਦਾ ਕੀ ਹੈ ਕਿ ਮਤਲਬ ਬਾਕੀ ਸਾਰੇ ਪਲਾਂਟ ਫਲਾਵਰ ਪਾਰਟਸ ਓਵਰੀ ਤੋਂ ਗਾਇਨੋਸ਼ੀਅਮ ਤੋਂ ਉੱਤੇ ਨੇ, ਤਾਂ ਕਰਕੇ ਉਹਦੇ ਓਵਰੀ ਨੂੰ ਇਨਫੀਰੀਅਰ ਬੋਲਿਆ ਗਿਆ ਹੈ। और बाकी जितने भी प्लांट्स हैं मतलब जितने भी वर्ल्स है वो है कि ओवरी तो सुपीरियर है, ओवरी तो उत्ते इंसर्टेड है। थैलेमस के ਹੁੰਦੇ ਉਹਦੇ ग्रो करके ओवरी ਨੂੰ इनक्लोज कर ਦਿੰਦੇ कंप्लीटली। ठीक है, हम एक बार डायग्राम से देखते हैं। आ थैलेमस है, थैलेमस ग्रो करके पूरे ओवरी ਨੂੰ इनक्लोज कर लिया है, तो उधर जाके कैलिक्स मतलब फिर करोला, फिर एंडोशियम ਤੇ ਫਿਰ ਗਾਇਨੋਸ਼ੀਅਮ ਦਾ ਕੁਝ ਪਾर्ट दिखता है। ਤਾਂ ਕਰਕੇ ਬਹੁਤ ਹਾਈ ਹੈ ਕੰਪੇਅਰਡ ਟੂ ਗਾਇਨੋਸ਼ੀਅਮ। ਤਾਂ ਕਰਕੇ ਇਹਨੂੰ ਬੋਲਦੇ ਆ ਓਵਰੀ ਸੈਟ ਟੂ ਬੀ ਇਨਫੀਰੀਅਰ ਤੇ ਅਰੇਂਜਮੈਂਟ ਨੂੰ ਐਪੀਗਾਈਨਸ। ਹੁਣ ਆਪਾਂ ਚੱਲਦੇ ਆ ਅੱਗੇ ਜਿਹੜਾ ਹੈ ਪਾਰਟਸ ਆਫ ਅ ਫਲਾਵਰ। ਠੀਕ ਹੈ, ਹੁਣ ਉਸ ਤੋਂ ਪਹਿਲਾਂ ਕੁਝ ਐਗਜ਼ਾਮਪਲਸ ਯਾਦ ਕਰਨਾ ਮੈਂ ਤੁਹਾਨੂੰ ਦੱਸਦੀ ਹਾਂ ਕਿਵੇਂ ਯਾਦ ਕਰਦੇ ਆ ਤੇ ਕੀ ਪੁੱਛਿਆ ਗਿਆ।
ਹੁਣ ਉਹਦੇ ਉੱਪਰ ਇੱਕ ਬਾਰ ਆ ਜਾਂਦੇ ਬ੍ਰੈਕਟੀਏਟ ਤੇ ਈ ਬ੍ਰੈਕਟੀਏਟ ਤੇ। ਜਿਹੜਾ ਬ੍ਰੈਕਟੀਏਟ ਹੈ ਉਹ ਕਿਹੜੀ ਫੈਮਿਲੀ ਦੇ ਅੰਦਰ ਆਪਾਂ ਨੂੰ ਮਿਲ ਜਾਂਦੇ, ਫੈਬੇਸੀ ਤੇ ਲਿਲੀਏਸੀ ਦੇ ਅੰਦਰ। ਹੁਣ ਫੈਬੇਸੀ ਤੇ ਲਿਲੀਏਸੀ ਦਾ ਕੀ ਮਤਲਬ ਹੈ, ਇਹ ਅੱਗੇ ਜਾ ਕੇ ਸਮਝ ਆ ਜਾਏਗਾ ਜਦੋਂ ਆਪਾਂ ਫੈਮਲੀਜ਼ ਆਫ ਪਲਾਂਟਸ ਪੜਾਂਗੇ। ਤੇ ਲਿਲੀਏਸੀ, ਈ ਬ੍ਰੈਕਟੀਏਟ ਕੀ ਹੈ, ਡਰਾਸਿਕੇਸੀ। ਫਿਰ ਉਸ ਤੋਂ ਬਾਅਦ ਆ ਜਾਂਦਾ ਕਿ ਇੱਕ eclemidous flower ਹੁੰਦਾ ਹੈ, मतलब naked flower is present that is calyx and corolla are absent। एक टर्म है eclemidous flower, naked flower बोलते हैं ना, naked क्यों बोलते हैं, that is corolla and calyx absent। ठीक है। हम उसके बाद एक और चीज आ जाती है कि एंथ्रोफोर की ਹੁੰਦਾ, एंड्रोफोर की ਹੁੰਦਾ ਤੇ गाइनोफोर की ਹੁੰਦਾ ਹੈ। ਇਹ ਕੁਝ ਸਪੇਸਿੰਗ ਦੇ ਬੇਸਿਸ ਤੇ ਹੁੰਦਾ, ਬਟ ਐਸੇਜ ਇੰਪੋਰਟੈਂਟ ਨਹੀਂ ਹੈ, ਤਾਂ ਕਰਕੇ ਆਪਾਂ ਇਹਨੂੰ ਛੱਡ ਦਿੰਦੇ ਆ ਤੇ ਅੱਗੇ ਚੱਲਦੇ ਆ। ਹੁਣ ਅੱਗੇ ਜਿਹੜੇ ਆਪਾਂ ਨੇ ਹਾਈਪੋਗਾਈਨਸ, ਪੈਰੀਗਾਈਨਸ ਤੇ ਐਪੀਗਾਈਨਸ ਦੇ ਐਗਜ਼ਾਮਪਲਸ ਪੜ੍ਹੀਆਂ ਸੀਗੀਆਂ, ਉਹਨਾਂ ਦੇ ਕੁਝ ਇੰਪੋਰਟੈਂਟ ਐਗਜ਼ਾਮਪਲਸ ਐਡ ਕਰਦੇ ਆ। ਉਸ ਤੋਂ ਬਾਅਦ ਉਹਨੂੰ ਯਾਦ ਕਿਵੇਂ ਕਰਨਾ ਉਹ ਦੇਖਦੇ ਆ। ਹੁਣ ਜਿਹੜਾ ਐਪੀਗਾਈਨਸ ਹੈਗਾ, ਐਪੀਗਾਈਨਸ ਦੇ ਅੰਦਰ ਆਪਾਂ ਨੇ ਦੇਖਿਆ ਕਿ ਗੁਆਵਾ ਹੈ, ਕਿਊਕੰਬਰ ਹੈ ਤੇ ਰੇ ਫਲੋਰੇਟ ਔਰ ਸਨਫਲਾਵਰ ਹੈ। ਉਸ ਤੋਂ ਇਲਾਵਾ ਕੀ ਕੀ ਆਉਂਦਾ, ਪੋਮੋਗ੍ਰੇਨੇਟ, ਪੋਮੋਗ੍ਰੇਨੇਟ, ਫਿਰ ਆਉਂਦਾ ਐਪਲ, ਫਿਰ ਆਉਂਦਾ ਕਿਊਕਰਬਿਟੇਸੀ, ਫਿਰ ਆਉਂਦਾ ਐਸਟਰੇਸੀ। ਆ ਸਾਰਾ ਕੀ ਹੈ, ਆ ਸਾਰਾ ਹੈ ਹਾਈਪੋਗਾਈਨ एपिगाइनस। सॉरी, ਹੁਣ ਇੱਕ ਹੋਰ ਚੀਜ਼ ਧਿਆਨ ਦੇਣ ਵਾਲੀ ਹੈ ਮੇਰੇ, ਕਿ ਇਹ ਸਭ ਐਗਜ਼ਾਮਪਲ ਯਾਦ ਕਰਨੇ ਇੰਪੋਰਟੈਂਟ ਹੈ। ਕਿਉਂ, ਇੱਕ ਵਾਰ ਪੋਮੋਗ੍ਰੇਨੇਟ PYQ ਦੇ ਅੰਦਰ ਆ ਚੁੱਕੇ। ਹੁਣ ਉਸ ਤੋਂ ਬਾਅਦ ਸਨਫਲਾਵਰ ਦੇ ਬਾਰੇ ਥੋੜਾ ਡਿਸਕਸ ਕਰਦੇ ਹਾਂ ਕਿ ਸਨਫਲਾਵਰ ਦੇ ਅੰਦਰ ਫਲੋਰੇਟਸ ਕੀ ਹੈ ਤੇ ਉਹਨਾਂ ਦਾ ਮਤਲਬ ਕੀ ਹੈ। ਹੁਣ ਜਿਹੜੇ ਸਨਫਲਾਵਰ ਹੈ ਨਾ, ਉਹਨਾਂ ਦਾ ਜਿਹੜਾ ਫਲਾਵਰ ਹੈ ਉਹ ਛੋਟੇ ਛੋਟੇ ਪਾਰਟਸ ਨਾਲ ਡਿਵਾਈਡ ਹੋ ਜਾਂਦਾ, ਤਾਂ ਕਰਕੇ ਉਹਨੂੰ ਬੋਲਦੇ ਫਲੋਰੇਟਸ। ਠੀਕ ਹੈ। ਹੁਣ ਉਹਦੇ ਨਾਲ ਦੋ ਤਰ੍ਹਾਂ ਦੀ ਫਲੋਰੇਟਸ ਹੁੰਦੀਆਂ ਨੇ, ਜਾਂ ਤਾਂ ਡਿਸਕ ਫਲੋਰੇਟ ਹੁੰਦੀ ਹੈ ਜਾਂ ਫਿਰ ਦੂਜਾ ਕੀ ਹੁੰਦਾ, ਰੇ ਫਲੋਰੇਟ। ਇਹਨਾਂ ਦੇ ਕੁਝ ਫੀਚਰਸ ਦੇਖਦੇ ਹਾਂ। ਜਿਹੜਾ ਡਿਸਕ ਹੈ ਉਹਦੇ ਅੰਦਰ ਤਾਂ ABCD ਨਾਲ ਹੁੰਦਾ, E ਨਾਲ ਮਤਲਬ ਐਕਟੀਨੋਮੋਰਫਿਕ, ਐਕਟੀਨੋਮੋਰਫਿਕ ਮਤਲਬ ਰੇਡੀਅਲ ਸਿਮੈਟਰੀ, ਤੇ ਬਟ ਉਹਦੇ ਆਪੋਜ਼ਿਟ ਰੇ ਦੇ ਅੰਦਰ ਕੀ ਹੋਏਗੀ, ਜ਼ਾਈਗੋਮੈਟਿਕ, ਜ਼ਾਈਗੋਮੋਰਫਿਕ ਸੌਰੀ। ਠੀਕ ਹੈ। ਬੀ ਨਾਲ ਕੀ ਆਉਂਦੇ, ਬਾਈਸੈਕਸ਼ੁਅਲ ਹੁੰਦੇ ਨੇ ਰੇ ਡਿਸਕ ਫਲੋਰੇਟਸ, ਜਿਹੜੇ ਰੇ ਫਲੋਰੇਟਸ ਹੈ ਉਹ ਹੈ ਯੂਨੀਸੈਕਸ਼ੁਅਲ। ਫਿਰ ਉਸ ਤੋਂ ਬਾਅਦ ਆਉਂਦਾ ਇਹਨਾਂ ਦੀ ਅਰੇਂਜਮੈਂਟ ਕੀ ਹੁੰਦੀ ਹੈ, ਸੈਂਟਰਲ। ਹੁਣ ਇਹਦਾ ਮਤਲਬ ਵੀ ਮੈਂ ਦੱਸਦੀ ਹਾਂ ਇੱਕ ਮਿੰਟ। ਇਹ ਕੀ ਹੁੰਦੇ ਨੇ, ਪੈਰੀਫੇਰਲ। ਹੁਣ ਡੀ ਨਾਲ ਆ ਜਾਏਗਾ, ਇਹ ਹੁੰਦੇ ਡਿਸਕ ਸ਼ੇਪਡ, ਡਿਸਕ ਫਲੋਰੇਟ ਮਤਲਬ, ਤੇ ਹੁੰਦੇ ਰੇ ਫਲੋਰੇਟ। ਠੀਕ ਹੈ। ਹੁਣ ਆ ਜਾਂਦੇ ਕਿ ਹੁਣ ਸੈਂਟਰਲ ਤੇ ਪੈਰੀਫੇਰਲ ਦਾ ਕੀ ਮਤਲਬ ਹੈ। ਸਪੋਜ਼ ਜਿਵੇਂ ਆ ਸੰਸਾਰ ਹੈ, ਇਹ ਸੰਸਾਰ ਹੈ, ਇਹਦਾ ਸੈਂਟਰ ਹੈ ਔਰ ਇਹ ਪੈਟਿਊਲ ਜਾ ਰਿਹਾ ਹੈ। ਜਾਂ ਫਿਰ ਸੁਪੀਰੀਅਰ व्यू देखते हैं, ये सेंटर वाला तो ओवी वाला हिस्सा ब्लैक कलर जो अपन लिखते हैं, उसके बाद छोटे 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 अपन ਉਹਦੇ ਏਰੀਆਜ਼ ਲਿਖਦੇ हैं। ਤੇ ਹੁਣ ਜਿਹੜੇ ਡਿਸਕ ਫਲੋਰੇਟਸ ਹੈ, ਇਹਨਾਂ ਦੀ ਅਰੇਂਜਮੈਂਟ ਹੁੰਦੀ ਹੈ ਸੈਂਟਰਲ, ਮਤਲਬ ਜਿੰਨਾ ਵੀ ਉਹਨਾਂ ਸੈਂਟਰਲ ਪਾਰਟ ਹੈ ਉਹਦੇ ਨਾਲ ਆਪਾਂ ਨੂੰ ਮਿਲਣਗੇ ਡਿਸਕ ਫਲੋਰੇਟਸ। ਤੇ ਰੇ ਫਲੋਰੇਟਸ ਕੇ ਆ ਪੈਰੀਫੇਰਲ ਤੇ में रेस ਤੇ मतलब रेडाइस ਤੇ ਉਹਨੂੰ ਕੀ ਬੋਲਦੇ ਆ, ਰੇ ਫਲੋਰੇਟ। ਹੁਣ ਅੱਗੇ ਚੱਲਦੇ ਆ ਪਾਰਟਸ ਆਫ ਫਲਾਵਰ ਤੇ। ਹੁਣ ਆਪਾਂ ਨੇ ਉੱਪਰ ਪੜ੍ਹਿਆ ਸੀਗਾ ਕਿ ਹਰ ਫਲਾਵਰ ਕੋਲ 4 ਵਰਲਸ ਹੁੰਦੇ ਨੇ, ਇਹਨਾਂ ਕੋਲ 2 ਐਕਸੈਸਰੀ ਤੇ 2 ਰਿਪਰੋਡਕਟਿਵ ਹੈ। ਐਕਸੈਸਰੀ ਦੇ ਕੈਲਿਕਸ ਤੇ ਕਰੋਲਾ ਆਏਗਾ ਤੇ ਰਿਪਰੋਡਕਟਿਵ ਦੇ ਅੰਦਰ ਐਂਡ੍ਰੋਸ਼ੀਅਮ ਤੇ ਗਾਇਨੋਸ਼ੀਅਮ ਆਏਗਾ। ਹੁਣ ਜਿਹੜਾ ਕੈਲਿਕਸ ਹੈ ਉਹ ਆਊਟਰ ਮੋਸਟ ਵਰਲ ਹੁੰਦਾ ਹੈ, ਤੇ ਜਿਹੜੇ ਮੈਂਬਰਸ ਹੁੰਦੇ ਨੇ ਉਹਨਾਂ ਨੂੰ ਕੀ ਬੋਲਦੇ ਨੇ, ਸੈਪਲਸ। ਇਹ ਪੂਰੇ ਵਰਲ ਦੇ ਨਾਮ ਤੇ ਮੈਂਬਰ ਕੈਲਿਕਸ ਹੈ, ਬਟ ਉਹਦੇ ਵਿੱਚ ਅਗਰ ਇੱਕ ਇੰਡੀਵਿਜੂਅਲ ਮੈਂਬਰ ਨੂੰ ਪੁੱਛੇ ਤਾਂ ਉਹਨੂੰ ਕੀ ਬੋਲਦੇ ਨੇ, ਸੈਪਲ। ਜਿਹੜੇ sepals ਨੇ generally green leaf like ਹੁੰਦੇ ਨੇ, protect the flower in the bud stage। ਠੀਕ ਹੈ। outermost ਹੈ, individual member ਨੂੰ ਕੀ ਬੋਲਦੇ ਨੇ, sepals ਬੋਲਦੇ ਨੇ। ਉਸ ਤੋਂ ਬਾਅਦ green ਹੁੰਦੇ ਨੇ, leaf like ਹੁੰਦੇ ਨੇ, flower ਨੂੰ protect ਕਰਦੇ ਨੇ bud stage ਦੇ ਅੰਦਰ। ਜਿਹੜੇ sepals ਆ ਜਾਂ ਤਾਂ ਕੀ ਹੋ ਸਕਦੇ ਨੇ, ਗੈਮੋਸੈਫੈਲਸ, ਸੈਪੈਲਸ ਜਾਂ ਫਿਰ ਪॉलीसेपेलस। ਇਹਦੇ एग्जांपल्स लिखते हैं। गैमोसेफेलस अपन ਨੂੰ ਕਿਹਦੇ ਅੰਦਰ ਮਿਲੇਗਾ, ਫੈਬੇਸੀ ਤੇ ਸੋਲੇਨੇਸੀ ਦੇ ਅੰਦਰ, ਫੈਬੇਸੀ ਸੋਲੇਨੇਸੀ। ਤੇ ਆਪਾਂ ਨੂੰ ਬ੍ਰਾਸਿਕੇਸੀ ਦੇ ਅੰਦਰ ਮਿਲੇਗਾ ਪॉलीसेपेलस।
लेकिन द गैमोला मतलब सेपल्स यूनाइटेड है, पॉलीगा मतलब सेपल्स फ्री है। इन सेपल्स ਦੇ ਵੀ ਕਾਫੀ ਮੋਡੀਫਿਕੇਸ਼ਨਸ ਆਉਂਦੀਆਂ ਨੇ, ਜਾਂ ਤਾਂ ਸਪਾਈਨ ਦੇ ਅੰਦਰ ਮੋਡੀਫਾਈ ਹੋ ਸਕਦੇ ਜਾਂ ਪੈਪਸ ਦੇ ਅੰਦਰ ਹੋ ਸਕਦੇ, ਜਿਵੇਂ ਕਿ ਐਸਟਰੇਸੀ ਦੇ ਅੰਦਰ। ਫਿਰ ਇਸ ਤੋਂ ਬਾਅਦ ਆਉਂਦਾ ਹੈ ਐਡਵਰਟਾइजिंग फ्लैग, ਜਿਵੇਂ ਕਿ ਮੈਸੇਂਜਰ ਪਲਾਂਟ ਉਹ ਪੋਲੀਨੇਟਰਸ ਨੇ ਅਟਰੈਕਟ ਕਰਦੀ ਹੈ। ਹੁਣ ਆ ਗਿਆ ਅੱਗੇ ਕਰੋਲਾ। ਹੁਣ ਜਿਹੜਾ ਕਰੋਲਾ ਹੈ ਉਹ ਕਿਹਦੇ ਨਾਲ ਕੰਪੋਜ਼ਡ ਹੁੰਦਾ ਹੈ? ਪੈਟਲਸ ਨਾਲ। ਤੇ ਜਿਹੜੇ ਪੈਟਲਸ ਹੈ ਉਹ ਯੂਜੂਅਲੀ ਬ੍ਰਾਈਟਲੀ ਕਲਰਡ ਹੁੰਦੇ ਨੇ। ਪੈਟਲਸ usually brightly colored to the attract insects or pollination। ਜਿਹੜੇ ਕੈਲਿਕਸ ਮੰਗੂ ਇਹ ਵੀ ਹੋ ਸਕਦੇ ਜਾਂ ਤੇ ਗੈਮਲ ਪੈਟੇਲਸ ਜਾਂ ਫਿਰ ਪੋਲੀਪੈਟੇਲਸ। The shape and the color of the corolla vary greatly in plants। ਹੁਣ ਜਿਹੜਾ ਸ਼ੇਪ ਤੇ ਕਲਰ ਹੈ ਉਹ ਵੇਰੀ ਕਰ ਸਕਦਾ ਹੈ। ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਜਿਹੜਾ ਕਰੋਲਾ ਹੈ ਉਹ ਟਿਊਬੂਲਰ, ਬੈਲ ਸ਼ੇਪਡ ਜਾਂ ਫਿਰ ਫਨਲ ਸ਼ੇਪਡ ਵੀ ਹੋ ਸਕਦਾ ਹੈ। ਕੀ ਬੋਲਿਆ ਗਿਆ? ਕਰੋਲਾ ਨੂੰ ਟਿਊਬੂਲਰ, bell shaped, funnel shaped and or wheel shaped। नंबर estivation। Estivation ये होता है mode of arrangement of sepals or petals in the floral bud। बोलिए mode of arrangement of sepals or petals in the floral bud with respect to other members of the same whorl। पूरी definition की with respect to other members of the same whorl। The main types of estivation are valvate, twisted, imbricate ਤੇ waxillary। ਹੁਣ ਇਹ ਸਭ ਦਾ ਮਤਲਬ ਕੀ ਡਾਇਗਰਾਮ ਨਾਲ ਦੇਖਦੇ ਹਾਂ। ਵੈਲਿਡ ਦਾ ਕੀ ਮਤਲਬ ਹੈ ਕਿ ਵੈਲਿਡ ਦਾ ਮਤਲਬ ਕਿ ਜਦੋਂ ਸੈਪਲਸ ਜਾਂ ਫਿਰ ਪੈਟਲਸ ਹੁੰਦੇ ਨੇ ਜਸਟ ਟੱਚ ਵਨ ਅਨਦਰ ਐਟ ਦੀ ਮਾਰਜਿਨ ਬਟ ਓਵਰਲੈਪਿੰਗ ਨਹੀਂ ਹੈ, ਵਿਦਾਊਟ ਓਵਰਲੈਪਿੰਗ। ਤਾਂ ਕਿਹਦੇ ਨਾਲ ਮਿਲਦਾ ਆਪਾਂ ਨੂੰ ਵੈਲਿਡ? ਕੈਲੋਟ੍ਰੋਪਿਸ ਦੇ ਅੰਦਰ ਉਹਨੂੰ ਬੋਲਦੇ ਵੈਲਿਡ। ਹੁਣ ਅਗਰ ਇੱਕ ਮਾਰਜਿਨ ਤੇ of the appendage overlap that of the next one, एक मार्जिन है वो ओवरलैप करेगा अगले के मार्जिन में। तो जिਵੇਂ ਕਿ ਚਾਈਨਾ ਰੋਜ਼ ਦੇ ਅੰਦਰ ਹੁੰਦਾ तो वो चाइना रोज कॉटन ਦੇ ਨੇੜੇ ਹੁੰਦਾ तो ਉਹਨੂੰ ਕੀ ਬੋਲਦੇ ਟਵਿਸਟਡ। ਇੱਕ ਵਾਰ ਡਾਇਗਰਾਮ ਦੇਖਦੇ ਹੋ ਉਹਨਾਂ ਸਮਝਦੇ ਹੋ। ਜਿਵੇਂ ਕਿ ਉਹਨਾਂ ਡਾਇਗਰਾਮੈਟਿਕ ਰਿਪਰੈਜ਼ੈਂਟੇਸ਼ਨ ਹੈ। ਇੱਕ ਕਰੋਲਾ ਐਵੇਂ ਹੈ, ਫਿਰ ਟੱਚ ਕੀਤਾ, ਫਿਰ ਦੂਜਾ ਕਰੋਲਾ, ਫਿਰ ਤੀਜਾ ਐਵੇਂ ਸੋ on ਤੇ ਉਸ ਤੋਂ ਬਾਅਦ ਸਿਰਫ ਟੱਚ ਕਰ ਰਹੇ। ਵੇਅਰ ਐਸ ਹੁਣ ਟਵਿਸਟਡ ਦੇ ਅੰਦਰ ਕੀ ਹੁੰਦਾ? ਇੱਕ ਆਹ ਸੈਪਲ ਜਾਂ ਫਿਰ ਪੈਟਲ ਹੈ, ਉਹਦੇ ਇੱਕ ਐਂਡ ਅੰਦਰ ਇੱਕ ਐਂਡ ਬਾਹਰ ਹੈ। ਨੈਕਸਟ ਆਇਆ ਉਹਦਾ ਵੀ ਇੱਕ ਐਂਡ ਅੰਦਰ ਇੱਕ ਐਂਡ ਬਾਹਰ ਹੈ। ਫਿਰ ਨੈਕਸਟ ਆਇਆ ਸੇਮ ਇੱਕ ਐਂਡ ਅੰਦਰ ਬਾਹਰ। ਐ ਕਰਕੇ ਇਹਨੂੰ ਬੋਲਦੇ ਟਵਿਸਟਡ। ਫਿਰ ਆ ਜਾਂਦਾ ਅੱਗੇ ਕਿ ਜਿਹੜਾ ਮਾਰਜਨ ਆਫ ਪੈਟਲ ਜਾਂ ਫਿਰ ਸੈਪਲਸ ਹੈ ਉਹ ਇੱਕ ਦੂਜੇ ਨੂੰ ਓਵਰਲੈਪ ਕਰਦੇ ਬਟ ਨਾਟ ਇਨ ਅ ਪਰਟੀਕੂਲਰ ਡਾਇਰੈਕਸ਼ਨ। ਮਾਰਜਨ ਹੈ ਓਵਰਲੈਪ ਕਰਨਗੇ, ਪਰਟੀਕੂਲਰ ਡਾਇਰੈਕਸ਼ਨ ਨਹੀਂ ਹੈ ਕੋਈ, ਜਿਵੇਂ ਕਿ ਕੇਸਿਆ ਤੇ ਗੁਲਮੋਹਰ। ਇਹਨੂੰ ਬੋਲਦੇ हैं imbricate। In pea and beans flower there are 5 petals। ये बोलेगा pea and bean flowers there are 5 petals। The largest standard overlaps the 2 lateral जिन्हें wings बोलते हैं, which in turn overlaps the 2 smallest interior petals जिन्हें कील बोलते हैं। This type of aesthetic is known as waxillary या फिर papilionaceous। बोला गया waxillary या फिर papilionaceous। क्यों? ਇਹਦੇ ਅੰਦਰ ਕੀ ਹੁੰਦਾ? ਪੀ ਤੇ ਬੀਨਸ ਦੇ ਅੰਦਰ ਜਿਹੜਾ 5 ਪੈਟਲਸ ਹੁੰਦੇ ਹਨ ਉਹਦੇ ਅੰਦਰ ਇੱਕ ਮੇਨ ਸਟੈਂਡਰਡ ਪੈਟਲ ਹੈ, ਓਵਰਲੈਪ ਕਰੇਗੀ ਤੇ ਲੈਟਰਲ ਪੈਟਲਸ ਬਣ ਜਾਣਗੇ। ਤੇ ਇਸ ਤੋਂ ਬਾਅਦ ਕੀ ਹੁੰਦਾ ਹੈ? ਇੰਟਰਨ ਜਿਹੜੇ 2 ਸਮਾਲਰ ਇੰਟੀਰੀਅਰ ਹੈ ਉਹਨੂੰ ਕੀ ਬੋਲਦੇ हैं? छुपके रहने। तो ਆਪਾਂ देखते हैं लार्ज स्टैंडर्ड पेटल है, उसके बाद 2 साइड पेटल्स है लैटरल पेटल्स ਤੇ 2 इंटीरियर स्मॉल पेटल्स ਜਿਹਨੂੰ ਕੀ ਬੋਲਦੇ कील। ਇਹਨੂੰ ਕੀ ਬੋਲਾਂਗੇ? कील। फिर उसके बाद आ जाते हैं विंग्स, ये हो गया स्टैंडर्ड पेटल। आगे आ जाएंगे, आगे डिस्कस कर दिया आपको एंड्रोशियम के बारे में। एंड्रोशियम की है ਹੁਣ एंड्रोशियम ਦੇ ਅੰਦਰ ਕੀ ਹੁੰਦਾ ਕਿ ਇਹ ਸਟੈਮਨਸ ਦਾ ਕੰਪੋਜ਼ਡ ਆਫ ਹੁੰਦਾ ਮਲਟੀਪਲ। ਅਗਰ ਬਹੁਤ ਸਾਰੇ ਸਟੈਮਨ ਹੋ ਨਾ ਉਹਨਾਂ ਨੂੰ ਇਕੱਠੇ एंड्रोशियम ਬੋਲ ਸਕਦੇ ਹਾਂ, ਮੇਲ ਰਿਪਰੋਡਕਟਿਵ ਆਰਗਨ। ਬਟ ਉਹਦੇ ਕੀ ਨਾਮ ਕੀ ਸਟੈਮਨ। ਹੁਣ ਜਿਹੜਾ ਈਚ ਸਟੈਮਨ ਹੈ वो की करते हैं? रिप्रेजेंट्स दी मेल रिप्रोडक्टिव ऑर्गन। ठीक है, मेल रिप्रोडक्टिव ऑर्गन को रिप्रेजेंट करेगा। कंसिस्ट ऑफ अ स्टॉक और a filament and another and an anther, sorry।
ਸਟਾਕ ਤੇ ਫਿਲਾਮੈਂਟ ਹੋਏਗਾ ਤੇ ਇੱਕ ਐਂਥਰ ਹੋਏਗਾ। ਜਿਹੜਾ ਹੁਣ ਈਚ ਐਂਥਰ ਹੈ वो ਕੀ ਹੁੰਦਾ ਬਾਇਲੋਬ ਹੁੰਦਾ ਤੇ ਦੋ ਚੈਂਬਰਸ ਹੁੰਦੇ ਨੇ। ਈਚ ਐਂਥਰ ਇਜ਼ ਬਾਇਲੋਬ ਐਂਡ ਹੈਜ਼ ਟੂ ਚੈਂਬਰਸ। ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਦੋ ਪੋਲਨ ਸੈਕਸ ਹੁੰਦੇ ਨੇ। The pollen grains are produced in pollen sacs. A sterile stamen is called staminode. ठीक है। ਤੇ ਪੋਲਨ ਗ੍ਰੇਨਸ ਫਰਟੀਲਾਈਜੇਸ਼ਨ ਦੇ ਚਾਹੀਦੇ ਹੁੰਦੇ ਨੇ, ਉਹ ਪ੍ਰੋਡਿਊਸ ਹੁੰਦੇ ਨੇ ਪੋਲਨ ਸੈਕਸ ਦੇ ਅੰਦਰ। ਤੇ ਇੱਕ ਸਟੇਰਾਈਲ ਸਟੇਮਨ ਹੈ, ਉਹਨੂੰ ਕੀ ਬੋਲਦੇ ਨੇ ਸਟੇमिनोड। ਹੁਣ ਆ ਜਾਂਦਾ ਹੈ ਕਿ ਜਿਵੇਂ यहाँ ਫਿਲਾਮੈਂਟ ਹੈ ਜਾਂ ਫਿਰ ਸਟਾਕ ਹੈ, ਇਹਦੇ ਉੱਤੇ ਬਾਇਲੋਬ ਐਂਥਰ ਲੱਗੇ ਹੋਏ, ਇਹ ਹੁੰਦਾ ਐਂਡੋਸ਼ੀਅਮ। ਫਿਰ ਆਂਦਾ ਹੁਣ ਜਿਹੜਾ stamens of flower ਹੈ may be united or may be or with other members such as petals or among themselves। ठीक है। ਕੀ ਬੋਲਿਆ ਗਿਆ ਕਿ ਜਾਂ ਤਾਂ ਯੂਨਾਈਟਿਡ ਹੁੰਦੇ ਨੇ ਵਿਦ ਅਦਰ ਮੈਂਬਰਸ ਸਚ ਐਸ ਪੈਟਲਸ ਜਾਂ ਫਿਰ ਅਮੰਗ ਥੈਮਸੈਲਵਸ। ਹੁਣ ਜਦੋਂ ਸਟੈਮਨ ਅਟੈਚ ਹੋਣਗੇ ਪੈਟਲ ਨਾਲ ਤਾਂ ਉਹਨੂੰ ਕੀ ਬੋਲਦਾ ਹੈ ਐਪੀਪੈਟੈਲਸ। ਤੇ ਅਗਰ ਉਹ ਪੈਰੀਐਂਥ ਨਾਲ ਅਟੈਚ ਹੋਣਗੇ ਤਾਂ ਉਹਨੂੰ ਬੋਲਦੇ ਆ ਐਪੀਫਾਈਲਸ। ਹੁਣ ਇਹ ਸਾਰੀ ਟਰਮੀਨੋਲੋਜੀ ਥੋੜੇ ਧਿਆਨ ਨਾਲ ਦੇਖਦੇ ਹੋ। ਜਿਵੇਂ ਐਪੀਪੈਟੈਲਸ ਹੋ ਗਿਆ ਬ੍ਰਿੰਜਲ ਦੇ ਅੰਦਰ, ਉਹਦੇ ਅੰਦਰ ਕੀ ਹੋਏਗਾ ਜਿਹੜਾ ਸਟੈਮਨ ਹੈ ਉਹ ਪੈਟਲ ਨਾਲ ਅਟੈਚ ਹੁੰਦਾ ਤੇ ਇੱਕ ਐਪੀਫਾਈਲਸ ਹੁੰਦਾ ਜਿਹਦੇ ਅੰਦਰ ਉਹ ਪੈਰੀਐਂਥ ਨਾਲ ਅਟੈਚਡ ਹੈ ਤੇ ਉਹ ਮਿਲਦਾ ਫਲਾਵਰਸ ਆਫ ਲਿਲੀ ਦੇ ਅੰਦਰ। ਆਈ ਨੋ ਇਹ ਚੈਪਟਰ ਥੋੜਾ ਬੋਰਿੰਗ ਲੱਗਦਾ ਹੈ ਬਟ ਇਹ ਚੈਪਟਰ ਬਹੁਤ ਜ਼ਿਆਦਾ ਸਕੋਰਿੰਗ ਹੈ ਬਿਕੋਜ਼ ਇਹਦੇ ਅੰਦਰ ਘੱਟੋ ਘੱਟ 3 ਤੇ 4 ਕੁਐਸਚਨ ਆ ਹੀ ਜਾਂਦੇ ਹੁੰਦੇ ਨੇ ਹਰ ਐਗਜ਼ਾਮ ਦੇ ਅੰਦਰ। ਤੇ ਅਗਰ ਇੱਕ ਚੈਪਟਰ ਤੁਹਾਨੂੰ ਇੰਨਾ ਹਾਈ ਯੀਲਡਿੰਗ ਦੇ ਰਿਹਾ ਕਿ 3 ਤੇ 4 ਕੁਐਸਚਨ ਆ ਰਹੇ ਹੋਗੇ ਸਿਰਫ ਐਨਸੀਈਆਰਟੀ ਬੇਸਡ, ਤਾਂ ਮਤਲਬ ਇਹ ਚੈਪਟਰ ਬਹੁਤ ਹਾਈ ਯੀਲਡਿੰਗ ਹੈ। ਤਾਂ ਕਰਕੇ ਇਹਨੂੰ ਧਿਆਨ ਨਾਲ ਪੜ੍ਹਨਾ ਤੇ ਅੱਛੀ ਤਰ੍ਹਾਂ ਯਾਦ ਰੱਖਣਾ। ਇਹ ਚੈਪਟਰ ਦੇ ਅੰਦਰ ਹੁਣ ਕੀ ਹੈ ਕਿ ਸਮਝਣ ਵਾਲੀ ਚੀਜ਼ਾਂ ਘੱਟ ਹੈ ਬਟ ਯਾਦ ਕਰਨ ਵਾਲੀ ਚੀਜ਼ਾਂ ਬਹੁਤ ਜ਼ਿਆਦਾ ਹੈ। ਜਦੋਂ ਇੱਕ ਵਾਰ ਯਾਦ ਹੋ ਜਾਂਦੀਆਂ ਨੇ ਤੇ ਇਹ ਚੈਪਟਰ ਦੇ ਉਹ ਕੁਐਸਚਨਸ ਕਦੇ ਗਲਤ ਨਹੀਂ ਹੁੰਦੇ ਕਿਉਂਕਿ ਬਹੁਤ ਸਿੰਪਲ ਤੇ ਬੇਸਿਕ ਕੁਐਸਚਨਸ ਆਉਂਦੇ ਨੇ। ਤੇ ਇੱਕ ਅੰਦਰ ਆਪਾਂ ਅੱਗੇ ਜਾ ਕੇ ਫਲੋਰਲ ਫਾਰਮੂਲਾ ਦੇਖਾਂਗੇ, ਮੇਨ ਇੱਕ ਉਹ ਹੁੰਦੇ ਉਹਦੇ ਅੰਦਰ ਗਲਤੀਆਂ ਹੁੰਦੀਆਂ ਨੇ। ਤਾਂ ਹੁਣ ਜਿਹੜਾ ਫਲੋਰਲ ਫਾਰਮੂਲਾ ਹੈ ਉਹਦੇ ਲਈ ਆਪਾਂ ਸਾਰੀ ਚੀਜ਼ਾਂ ਪੜ੍ਹ ਰਹੇ ਹਾਂ ਕਿ ਕਿਹੜਾ ਚੀਜ਼ ਕਿੰਨੇ ਨਾਲ ਅਟੈਚਡ ਹੈ, ਉਹਦੀ ਅਰੇਂਜਮੈਂਟ ਕੀ ਹੈ ਤੇ ਕਿਹੜੇ ਪਲਾਂਟਸ ਦੇ ਅੰਦਰ ਉਹ ਮਿਲਦੇ ਨੇ, ਇਹ ਸਭ ਚੀਜ਼ਾਂ। ਹੁਣ ਜਿਹੜਾ ਸਟੈਮਨ ਹੈ ਇੱਕ ਫਲਾਵਰ ਦੇ ਅੰਦਰ ਉਹ ਜਾਂ ਤਾਂ ਫ੍ਰੀ ਹੋ ਸਕਦਾ ਹੈ ਜਿਵੇਂ ਕਿ ਪੋਲੀਐਂਡਰਸ ਜਾਂ ਫਿਰ ਉਹ ਮੇ ਬੀ ਯੂਨਾਈਟਿਡ ਟੂ ਵੇਰਿੰਗ ਡਿਗਰੀਜ਼। ਠੀਕ ਹੈ। ਫਿਰ ਆਂਦਾ ਦ ਸਟੈਮਨ may be united into a bunch into one bundle or into one bunch or bundle ਤਾਂ ਉਹਨੂੰ ਕੀ ਬੋਲਦੇ ਨੇ ਮੋਨੋ ਐਡਲਫਸ। ਜਿਵੇਂ ਕਿ ਇਹਦੇ ਅੰਦਰ ਹੁੰਦੇ ਚਾਈਨਾ ਰੋਜ਼ ਦੇ ਅੰਦਰ ਐਡਲਫਸ ਐਂਡ ਚਾਈਨਾ ਰੋਜ਼। ਫਿਰ ਜਿਹੜੇ ਦੋ ਬੰਡਲ ਨੇ ਡਾਇਐਡਲਫਸ ਤਾਂ ਉਹ ਮਿਲਦੇ ਨੇ ਪੀ ਦੇ ਅੰਦਰ, ਦੋ ਤੋਂ ਜ਼ਿਆਦਾ ਮਿਲਦੇ ਮਤਲਬ ਪੋਲੀਐਡਲਫਸ ਉਹ ਮਿਲਦੇ ਸਿਟਰਸ ਦੇ ਅੰਦਰ। There may be a variation in the length of the filaments within a flower ਜਿਵੇਂ ਕਿ ਵੇਰੀਏਸ਼ਨ ਲੈਂਥ ਆਫ ਫਿਲਾਮੈਂਟ ਤੋਂ ਕਿੰਨੇ ਸੈਲਵੇਨੀਆ ਤੇ ਮਸਟਰਡ ਦੇ ਅੰਦਰ ਹੁੰਦਾ। ਤਾਂ ਹੁਣ ਤੱਕ ਆਪਾਂ ਨੇ ਐਂਡੋਸ਼ੀਅਮ ਦਾ ਕੀ ਪੜ੍ਹਿਆ, ਐਂਡੋਸ਼ੀਅਮ ਦੇ ਪਾਰਟਸ ਕੀ ਹੁੰਦੇ ਨੇ ਉਹ ਪੜ੍ਹੇ। ਫਿਰ ਆਪਾਂ ਨੇ ਇਸ ਤੋਂ ਬਾਅਦ ਦੇਖਿਆ ਕਿ ਉਹ ਪੋਲਨ ਸੈਕਸ ਦੇ ਅੰਦਰ ਪੋਲਨ ਗ੍ਰੇਨਸ ਮਿਲਦੇ ਨੇ। ਫਿਰ ਇਸ ਤੋਂ ਬਾਅਦ ਅਗਰ ਸਟੇਰਾਈਲ ਸਟੈਮਨ ਉਹਨੂੰ ਸਟੈਮਿਨੋਡ ਬੋਲਦੇ ਨੇ। ਇਹ ਵੀ ਪਰ ਆਪਾਂ ਨੂੰ ਪੁੱਛ ਚੁੱਕੇ ਨੇ ਸਟੈਮਿਨੋਡ ਕੀ ਕਿੱਥੇ ਮਿਲਦਾ ਕਿ ਮੌਕ ਟੈਸਟ ਦੇ ਅੰਦਰ। ਤੇ ਕਿਹਦੇ ਅੰਦਰ ਮਿਲਦਾ ਹੁੰਦਾ ਸੈਲਵੇਨੀਆ ਦੇ ਅੰਦਰ ਤੇ ਸੈਜ਼ਲ ਪਿਨੋਇਡੀ ਦੇ ਅੰਦਰ। ਸਾਲਵੀਆ ਸੈਲਵੇਨੀਆ ਨਹੀਂ ਸਾਲਵੀਆ। ਹੁਣ ਉਸ ਤੋਂ ਬਾਅਦ ਆ ਜਾਂਦੇ ਫਿਰ ਆਪਣੀ ਇਹਦੀ ਅਟੈਚਮੈਂਟ ਦੇਖੀ, ਜਾਂ ਤਾਂ ਪੈਟਲਸ ਨਾਲ ਹੋ ਸਕਦੀ ਹੈ ਤਾਂ ਐਪੀਪੈਟੈਲਸ ਹੋਏਗਾ ਜਾਂ ਫਿਰ ਪੈਰੀਐਂਥ ਨਾਲ ਹੋ ਸਕਦੀ ਹੈ ਤੇ ਇਹਨੂੰ ਬੋਲਦੇ ਹੈ ਐਪੀਫਾਈਲਸ। ਐਪੀਫਾਈਲਸ ਆਪਣੀ ਲਿਲੀ ਦੇ ਅੰਦਰ ਮਿਲਦੇ ਤੇ ਐਪੀਪੈਟੈਲਸ ਆਪਾਂ ਨੂੰ ਮਿਲੇਗਾ ਕਿਹਦੇ ਅੰਦਰ ਮਾਲਵੇਸੀ ਸੋਲਿਨੇਸੀ ਤੇ ਕੰਪੋਜ਼ਿਟੀ। ਕੀ ਬੋਲਿਆ ਮਾਲਵੇਸੀ ਸੋਲਿਨੇਸੀ ਕੰਪੋਜ਼ਿਟੀ। ਠੀਕ ਹੈ। ਹੁਣ ਉਸ ਤੋਂ ਬਾਅਦ ਆ ਜਾਂਦਾ ਕਿ ਆਪਾਂ ਨੇ ਦੇਖਿਆ ਜਾਂ ਤਾਂ ਇੱਕ ਬੰਚ ਦੇ ਅੰਦਰ ਪ੍ਰੈਜ਼ੈਂਟ ਹੋ ਸਕਦੇ ਹੋ ਮਤਲਬ ਸੌਰੀ ਫ੍ਰੀ ਪ੍ਰੈਜ਼ੈਂਟ ਹੋ ਸਕਦੇ ਹੋ ਤੇ ਫ੍ਰੀ ਨੂੰ ਕੀ ਬੋਲਾਂਗੇ ਪੋਲੀਐਂਡਰਸ ਜਾਂ ਫਿਰ ਯੂਨਾਈਟਿਡ ਹੋ ਸਕਦੇ। ਅਗਰ ਇੱਕ ਬੰਚ ਹੋਵੇ ਤਾਂ ਉਹਨੂੰ ਕੀ ਬੋਲਾਂਗੇ ਮੋਨੋਐਡਲਫਸ, ਉਹ ਆਪਾਂ ਨੂੰ ਮਿਲਦਾ ਮਾਲਵੇਸੀ ਦੇ ਅੰਦਰ ਚਾਈਨਾ ਰੋਜ਼। ਜਾਂ ਫਿਰ ਦੋ ਬੰਡਲਸ ਤਾਂ ਡਾਇਐਡਲਫਸ ਤਾਂ ਉਹ ਮਿਲਦਾ ਫੈਬੀਏਸੀ ਦੇ ਅੰਦਰ ਜਿਹਦੇ ਅੰਦਰ ਪੀ ਆਂਦਾ। ਅਗਰ ਦੋ ਤੋਂ ਜ਼ਿਆਦਾ ਬੰਡਲ ਉਹਨੂੰ ਬੋਲਦੇ ਪੋਲੀਐਡਲਫਸ। ਹੁਣ ਆਂਦਾ ਇੱਕ ਤਾਂ ਵੇਰੀਏਸ਼ਨ ਇਨ ਲੈਂਥ ਆਫ ਦੀ ਫਿਲਾਮੈਂਟਸ। ਕੀ ਬੋਲਿਆ ਪਹਿਲਾਂ ਤਾਂ
ਮੋਨੋਐਡਲਫਸ ਕੀ ਹੁੰਦੇ ਮਾਲਵੇਸੀ ਤੇ ਡਾਇਐਡਲਫਸ ਤੇ ਕੀ ਬੋਲਿਓ ਫੈਬੇਸੀ ਕੀ ਫੈਬੇਸੀ ਫਿਰ ਆ ਜਾਂਦੇ ਵੇਰੀਏਸ਼ਨ ਲੈਂਥ ਹੁਣ ਲੈਂਥ ਵੀ ਦੋ ਤਰ੍ਹਾਂ ਦੀ ਹੋ ਸਕਦੀ ਹੈ ਤਾਂ ਡਾਇਡਾਇਨਮਸ ਜਾਂ ਫਿਰ ਟੈਟਰਾਡਾਇਨਮਸ ਹੁਣ ਡਾਇਡਾਇਨਮਸ ਦਾ ਕੀ मतलब है ਜਿਹੜਾ ਡਾਇਡਾਇਨਮਸ ਹੈ ਉਹਦਾ मतलब है बाहर वाले दो लंबे होंगे अंदर वाले दो छोटे होंगे टेट्राडाइनमस यहाँ पर क्या हमें मिलता है अंदर की होंगे कि बाहर वाले दो छोटे हैं तो अंदर वाले चार बड़े हैं डायडाइनमस अपन मिलेगा लेबिएटी के अंदर टेट्राडाइनमस अपन मिलेगा ब्रासिकेसी के अंदर पता चलता है गाइनोशियम ਜਿਹੜਾ ਗਾਇਨੋਸ਼ੀਅਮ ਹੈ ਉਹ ਕੀ ਰਿਪਰੈਜ਼ੈਂਟ ਕਰਦਾ ਹੈ ਫੀਮੇਲ ਰਿਪਰੋਡਕਟਿਵ ਪਾਰਟ ਆਫ ਦ ਫਲਾवर ਕੀ ਬੋਲਿਆ ਗਿਆ ਫੀਮੇਲ ਰਿਪਰੋਡਕਟਿਵ ਪਾਰਟ ਆਫ ਦ ਫਲਾवर ਤੇ ਵਨ অর ਮੋਰ ਕਾਰਪਲਸ ਨਾਲ ਬਣਿਆ ਹੁੰਦਾ ਹੈ ਹੁਣ ਜਿਹੜਾ ਕਾਰਪਲ ਹੈ ਉਹ ਤਿੰਨ ਪਾਰਟਸ ਨੂੰ ਕੰਟੇਨ ਕਰਦਾ ਹੈ ਸਟਿਗਮਾ ਸਟਾਈਲ ਤੇ ਓਵਰੀ ਜਿਹੜਾ ਓਵਰੀ ਹੈ ਉਹ enlarged basal part ਹੁੰਦਾ ਹੈ on which either the elongated tube the style ਕੀ ਹੈ ਓਵਰੀ ਹੈ enlarged ਹੈ ਤੇ ਉਹਦੇ ਅੰਦਰ elongated tube ਆਉਂਦੀ ਹੈ ਉਹਦੇ ਉੱਤੇ ਸਟਾਈਲ ਹੁਣ ਅੰਦਰ ਜਿਹੜਾ ਸਟਾਈਲ ਹੈ ਓਵਰੀ ਨੂੰ ਕਨੈਕਟ ਕਰਦਾ ਸਟਿਗਮਾ ਨਾਲ ਠੀਕ ਹੈ ਹੁਣ ਜਿਹੜਾ ਸਟਿਗਮਾ ਹੈ ਉਹ ਯੂਜੂਅਲੀ ਐਟ ਦ ਟਿਪ ਆਫ ਦ ਸਟਾਈਲ ਹੁੰਦਾ ਐਂਡ ਇਟਸ ਰਿਸੈਪਟਿਵ ਸਰਫੇਸ ਫॉर द pollen grains ਟਿਪ ਆਫ ਦ ਸਟਾਈਲ ਤੇ ਰਿਸੈਪਟਿਵ ਸਰਫੇਸ ਹੁੰਦਾ pollen grains ਲਈ ਹੁਣ ਈਚ ਓਵਰੀ ਜਿਹੜਾ ਹੈ ਉਹਦੇ ਕੋਲ ਵਨ অর ਮੋਰ ਓਵਿਊਲਸ ਹੁੰਦੇ ਨੇ ਅਟੈਚ ਟੂ ਅ flattened cushion like placenta ਕੀ ਬੋਲੇਗਾ ਜਿਹੜਾ ਓਵਰੀ ਹੈ ਉਹਦੇ ਕੋਲ one or more ovules attached to flattened होने में cushion like placenta. When more than one carpel is present, ਕੀ बोलेगा एक तो ज्यादा कार्पल प्रेजेंट हुए तो they may be free as in lotus in China and are called epicarpus. फिर आंदे एक टर्म syncarpus. Syncarpus मतलब कि ਜਿਹੜਾ carpels ਹੈ ਉਹ fused ਹੈ ਜਿਵੇਂ ਕਿ ਕਿਹਦੇ ਅੰਦਰ ਹੁੰਦਾ ਹੈ ਮਸਟਰਡ ਤੇ ਟਮਾਟੋ ਦੇ ਅੰਦਰ ਫਿਰ ਅੰਦਰ ਆਫਟਰ ਫਰਟੀਲਾਈਜੇਸ਼ਨ ਜਿਹੜੇ ਓਵਿਊਲਸ ਹੈ ਉਹ ਸੀਡਸ ਨਾਲ ਡਿਵੈਲਪ ਕਰਨਗੇ ਤੇ ਜਿਹੜੇ ਓਵਰੀ ਹੈ ਉਹ ਫਰੂਟ ਨਾਲ ਡਿਵੈਲਪ ਕਰੇਗੀ ਹੁਣ ਇੱਕ ਵਾਰ ਇਹਨੂੰ ਡੀਕੋਡ ਕਰਦੇ ਆਪਾਂ ਨੇ ਕੀ ਪੜਿਆ ਓਵਰੀ ਹੈ ਬੇਸਲ ਸਵੋਲਨ ਪਾਰਟ ਉਹਦੇ ਉੱਤੇ ਕੀ ਅਟੈਚ ਹੁੰਦਾ ਸਟਾਈਲ ਤੇ ਸਟਾਈਲ ਕਿਵੇਂ ਅਟੈਚ ਹੁੰਦਾ ਓਵਰੀ ਤੇ ਸਟਿਗਮਾ ਨੂੰ ਸਟਿਗਮਾ ਦਾ ਕੀ ਕੰਮ ਹੈ ਰਿਸੈਪਟਿਵ ਸਰਫੇਸ ਦੇ ਉੱਤੇ ਪੋਲਨ ਜੇਨ ਆਏਗਾ ਤੇ ਪੋਲਨ ਦੀ ਬਰੂਥ ਹੈਗੀ ਉਹ ਓਵਰੀ ਤੇ ਓਵਿਊਲ ਦੇ ਅੰਦਰ ਜਾਏਗਾ ਠੀਕ ਹੈ ਹੁਣ ਹੋ ਸਕਦਾ ਕਿ ਜਿਹੜਾ कार्पल है मतलब गाइनोशियम द यूनिट या तो सिंगली प्रेजेंट हो तो एपोकार्पस ਹੁੰਦਾ या फिर ਬਹੁਤ ਸਾਰੇ ਫਿਊਜ਼ਡ ਹੋਣ ਤਾਂ ਸਿੰਕਾਰਪਸ ਬੋਲਦੇ ਜਿਵੇਂ ਮਸਟਰਡ ਤੇ ਲੈਮਨ ਦੇ ਅੰਦਰ ਨਾਲ ਆਉਂਦਾ ਪਲਾਂਟੇਸ਼ਨ ਪ੍ਰੈਜੈਂਟੇਸ਼ਨ ਸੌਰੀ ਹੁਣ ਪ੍ਰੈਜੈਂਟੇਸ਼ਨ ਦਾ ਕੀ ਮਤਲਬ ਹੈ ਇਹਦਾ ਮਤਲਬ ਹੈ ਕਿ ਅਰੇਂਜਮੈਂਟ ਆਫ ovules within every ovary is known as presentation ये ovules ਦਾ ਅਰੇਂਜਮੈਂਟ ਹੈ ovary ਦੇ ਅੰਦਰ ਤੇ ਉਹਨੂੰ ਕੀ ਬੋਲਦੇ ਆ ਪ੍ਰੈਜੈਂਟੇਸ਼ਨ ਜਿਹੜਾ ਪ੍ਰੈਜੈਂਟੇਸ਼ਨ ਹੈ ਉਹ ਡਿਫਰੈਂਟ ਟਾਈਪਸ ਦਾ ਹੋ ਸਕਦਾ ਹੈ ਮਾਰਜਨਲ ਐਕਸੀਅਲ ਪੈਰਾਈਟਲ ਬੇਸਲ ਸੈਂਟਰਲ ਤੇ ਪ੍ਰੀ ਸੈਂਟਰਲ ਹੁਣ ਕੀ ਹੈ ਡਿਫਰੈਂਟ ਟਾਈਪਸ ਹੋ ਸਕਦੇ ਨੇ ਮਾਰਜਨਲ ਐਕਸੀਅਲ ਪੈਰਾਈਟਲ ਬੇਸਲ ਸੈਂਟਰਲ ਤੇ ਪ੍ਰੀ ਸੈਂਟਰਲ ਹੁਣ ਜਿਹੜਾ ਮਾਰਜਨਲ ਪ੍ਰੈਜੈਂਟੇਸ਼ਨ ਹੈ ਉਹ ਕੀ ਕਰਦਾ ਇੱਕ ਰਿਜ ਬਣਾਉਂਦਾ along the ventral suture of the ovary. The ovules are borne on the ridge, forming two rows in the P, as in the P. ਕੀ ਬੋਲਿਆ ਗਿਆ ਕਿ ਦੋ ਰੋਜ਼ ਬਣਦੀਆਂ ਨੇ P ਦੇ ਅੰਦਰ ਜਿਸ ਕਰਕੇ ਰਿਜ ਹੁੰਦਾ along the ventral surface of the ovary. ਕਿਹਦੇ ਨਾਲ ਮਿਲਦਾ P ਦੇ ਅੰਦਰ ਹੁਣ ਅੰਦਰ ਜੋ placenta ਇੱਕ ਵਾਰ ਡਾਇਗਰਾਮ ਵੀ ਦੇਖਦੇ ਮਾਰਜਨਲ ਦੀ ਇਹ ਮਾਰਜਨਲ ਹੈ ਠੀਕ ਹੈ ਹੁਣ ਇੱਕ ਰਿਜ ਹੈ ਇਹਦੇ ਅਲੋਂਗ ਸਾਰੇ ਓਵਿਊਲਸ ਤੇ ਸੀਡਸ ਪ੍ਰੈਜ਼ੈਂਟ ਹੈ ਹੁਣ ਆ ਜਾਂਦੇ ਅੱਗੇ when the placenta is axial ਕੀ ਬੋਲਿਆ ਗਿਆ ਕਿ ਜਾਂ ਤਾਂ placenta axial ਹੋਵੇ and the ovules are attached to multilocular ovary the placenta is said to be axial ਜਿਵੇਂ ਕਿ ਚਾਈਨਾ ਰੋਜ਼ ਟਮਾਟੋ ਤੇ ਲੈਮਨ ਦੇ ਅੰਦਰ ਇਹਦਾ ਕੀ ਮਤਲਬ ਹੈ ਹੁਣ ਦੂਜੇ ਡਾਇਗਰਾਮ ਆਪਾਂ ਦੇਖਦੇ ਹਾਂ
ਜਿਹੜੀ ਹੈ ਐਗਜ਼ਾਈਲ ਦੇ ਉਹਦੇ ਅੰਦਰ ਕੀ ਹੁੰਦਾ ਕਿ ਜਿਹੜਾ ਪਲੇਸੈਂਟਾ ਹੈ ਉਹਨੂੰ ਵੇਰੀਅਸ ਕੰਪਾਰਟਮੈਂਟਸ ਦੇ ਅੰਦਰ ਡਿਵਾਈਡ ਕਰਤਾ। ਠੀਕ ਹੈ, ਹੁਣ ਵੇਰੀਅਸ ਕੰਪਾਰਟਮੈਂਟਸ ਦੇ ਡਿਵਾਈਡ ਕਰਨ ਤੋਂ ਬਾਅਦ ਜਿਹੜੇ ਓਵਿਊਲਸ ਅਟੈਚ ਰਹਿ ਗਏ ਅਟੈਚ ਟੂ ਮਲਟੀਲੋਕੂਲਰ ਓਵਰੀ the presentation is said to be exile। मतलब कि दो हो रहे हैं दो हो रहे हैं दो हो रहे हैं वेरियस कंपार्टमेंट्स के अंदर है बट ये अटैच हो गए। ਉਸ ਤੋਂ ਬਾਅਦ ਆਉਂਦਾ ਪੈਰਾਈਟਲ। ਪੈਰਾਈਟਲ ਦੇ ਅੰਦਰ ਕੀ ਹੁੰਦਾ ਹੈ? ਇਹ ਦੋਨੋਂ ਡਿਵੈਲਪ on the inner wall of the ovary or on the peripheral। A ovary is one character but it becomes one chambered but it becomes two chambered due to formation of false septum। ਪੈਰਾਈਟਲ ਹੈ ਮਸਟਰਡ ਤੇ ਆਰਜੀਮੋਨ ਦੇ ਅੰਦਰ। मैंने की दसा अच्छी तरह समझ आया कि ਇਹਨੂੰ ਸਮਝ ਲੈਣਾ ਅੱਛੀ ਤਰ੍ਹਾਂ ਕਿ ਕੀ ਹੁੰਦਾ ਪੈਰਾਈਟਲ ਦੇ ਅੰਦਰ ਕਿ ਇਨੀਸ਼ੀਅਲੀ ਫਾਲਸ ਸੈਪਟਮ ਪ੍ਰੈਜ਼ੈਂਟ ਹੁੰਦਾ ਬਟ ਜਿਵੇਂ ਦੋ ਹੁੰਦਾ ਉਹ ਫਾਲਸ ਸੈਪਟਮ ਚਲਾ ਜਾਂਦਾ ਹੈ। ਮਤਲਬ ਐਵੇਂ ਹੁੰਦਾ ਕਿ ਟੂ ਚੈਂਬਰਡ ਬਣ ਜਾਂਦੀ ਹੈ ਓਵਰੀ ਡਿਊ ਟੂ ਪ੍ਰੈਜ਼ੈਂਸ ਆਫ ਫਾਲਸ ਸੈਪਟਮ। ਠੀਕ ਹੈ, ਤਾਂ ਵਿਊਲ ਹੈ ਸੈਂਟਰਲ ਐਕਸਿਸ ਤੇ ਮਿਲਦੇ ਆ ਤੇ ਸੈਪਟਾ ਐਬਸੈਂਟ ਹੁੰਦਾ ਜਦੋਂ ਓਵਿਊਲਸ ਕੀ ਮਿਲੇ सेंट्रल एक्सिस से फिर सेप्टा एब्सेंट है तो डायंथस to primrose plantation में बोलते फ्री सेंट्रल। In basal placentation the placenta develops at the base of the ovary and a single ovule is attached to it। ਕੀ ਬੋਲਿਆ ਗਿਆ ਕਿ ਬੇਸਲ ਦੇ ਅੰਦਰ ਕੀ ਹੁੰਦਾ ਤੇ ਕਿਹਦੇ ਅੰਦਰ ਮਿਲਦਾ ਆਪਾਂ ਨੂੰ ਬੇਸਲ ਸਨਫਲਾਵਰ ਤੇ ਮੈਰੀਗੋਲਡ ਦੇ ਅੰਦਰ। ਇੱਕ ਵਾਰ ਇਹ ਡਾਇਗਰਾਮ ਲਿਖਦੇ ਕਿ ਇੱਕ ਬੇਸਲ ਪਲੇਸੈਂਟਾ ਪਿਆ ਉਹਦੇ ਜਿਹਦੇ ਬੇਸ ਤੇ ਹੀ ਓਵਰੀ ਅਟੈਚ ਹੋ ਗਈ ਤੇ ਸਿੰਗਲ ਓਵਿਊਲ ਹੁੰਦਾ ਤੇ ਕਰਕੇ ਇਹਨੂੰ ਬੋਲਦੇ ਆ ਬੇਸਲ ਪਲੇਸੈਂਟੇਸ਼ਨ। ਹੁਣ ਅੱਗੇ ਆ ਜਾਂਦਾ ਦ ਫਰੂਟ। ਦ ਫਰੂਟ ਕੀ ਹੈ? ਹੁਣ ਫਰੂਟ ਇਜ਼ ਅ ਕੈਰੈਕਟਰਿਸਟਿਕ ਫੀਚਰ ਆਫ ਦ ਫਲਾਵਰਿੰਗ ਪਲਾਂਟ। ये तो अपन ने पढ़ा है कि फ्लावर है तो फ्रूट है तो ये दोनों कैरेक्टरिस्टिक फीचर है फ्लावरिंग प्लांट्स के मतलब एंजियोस्पर्म्स के। ਇਹਦੇ ਅੰਦਰ ਕੀ ਹੁੰਦਾ ਕਿ ਜਦੋਂ ਮੈਚੁਰ ਤੇ ਰਾਈਪ ਹੋ ਜਾਂਦਾ ਫਰੂਟ ਆਫਟਰ ਫਰਟੀਲਾਈਜੇਸ਼ਨ if a fruit is formed without fertilization of the ovary it is called parthenocarpic fruit। ਕਿ ਬਿਨਾ ਓਵਰੀ ਦੀ ਫਰਟੀਲਾਈਜੇਸ਼ਨ ਤੋਂ ਅਗਰ ਫਰੂਟ ਬਣ ਗਿਆ ਜਿਹੜਾ ਹੈਪਲੋਇਡ ਹੈ ਤੇ ਉਹਨੂੰ ਕੀ ਬੋਲਾਂਗੇ parthenocarpic fruit। ਹੁਣ ਕੀ ਹੁੰਦਾ ਜਨਰਲੀ the fruit consists of wall or pericarp and seeds। ਕੀ ਹੁੰਦਾ wall pericarp and seeds। ਜਿਹੜਾ ਪੈਰੀਕਾਰਪ ਹੈ ਡਰਾਈ ਜਾਂ ਫਿਰ ਫਲੈਸ਼ੀ ਹੋ ਸਕਦਾ ਹੈ ਥਿਕ ਐਂਡ ਫਲੈਸ਼ੀ ਹੋ ਸਕਦਾ ਹੈ ਤੇ ਡਿਫਰੈਂਸ਼ੀਏਟ ਕਰਨਾ ਇਹਨੂੰ from outer epicarp the middle mesocarp and the inner endocarp। ਮਿਡਲ ਦੇ ਨਾਲ mesocarp ਹੈ ਤੇ ਆਊਟਰ ਦੇ ਅੰਦਰ endocarp ਹੈ। ਹੁਣ ਆ ਜਾਂਦੇ हैं ਇਹਦੇ ਨਾਲ ਥੋੜਾ एग्जांपल देखते हैं मतलब डायग्राम ਦੇ ਥਰੂ ਸਮਝਦੇ ਕੀ ਬੋਲਿਆ ਜਾ ਰਿਹਾ ਹੈ। ਹੁਣ ਜਿਵੇਂ ਮੈਂਗੋ ਤੇ ਕੋਕੋਨਟ ਹੈ the fruit is known as drupe develop from monocarpellary superior ovaries and are one seeded। ਹੁਣ ਜਿਹੜਾ ਮੈਂਗੋ ਹੈ ਉਹਨੇ ਜਿਹੜਾ ਪੈਰੀਕਾਰਪ ਹੈ ਵੈਲ ਡਿਫਾਈਨਡ ਹੁੰਦਾ ਹੈ into under outer thin epicarp middle fleshy eligible mesocarp and an outer stony hard endocarp। ਠੀਕ ਹੈ, ਜਿਹੜਾ ਹੁਣ ਕੋਕੋਨਟ ਵਾਟਰ ਹੈ ਉਹ ਕੀ ਹੈ drupe and the mesocarp is fibrous। ਹੁਣ ਇਹਦੇ ਅੰਦਰ ਇੱਕ ਕੁਐਸਚਨ ਆ ਜਾਂਦਾ ਕਾਫੀ ਬਟ ਦ ਸੀਡ ਤੇ ਜਾਣ ਤੋਂ ਪਹਿਲਾਂ ਕਿ ਕੁਝ ਫਰੂਟਸ ਦੱਸੋ ਤੇ ਉਹਨਾਂ ਦੇ ਐਡੀਬਲ ਪਾਰਟਸ ਦੱਸੋ ਕਿ ਪਲਾਂਟਸ ਦੱਸੋ ਤੇ ਉਹਦੇ ਐਡੀਬਲ ਪਾਰਟਸ ਦੱਸੋ ਕੀ ਹੁੰਦੇ ਨੇ। ਇਹ ਵੀ ਪੁੱਛਿਆ ਜਾ ਚੁੱਕਿਆ ਪ੍ਰੀਵੀਅਸ ਈਅਰ ਦੇ ਅੰਦਰ ਤਾਂ ਕਰਕੇ ਇਹਨੂੰ ਇੱਕ ਵਾਰ ਡਿਸਕਸ ਕਰਦੇ ਹਾਂ। ਤਾਂ ਕੀ ਬੋਲਿਆ ਗਿਆ ਸਭ ਤੋਂ ਪਹਿਲਾਂ ਕਿ ਜਿਵੇਂ ਮੈਂਗੋ ਹੈ ਪਲਾਂਟ ਜਾਂ ਫਿਰ ਫਰੂਟ ਹੈ ਉਹਦਾ ਐਡੀਬਲ ਪਾਰਟ ਸਭ ਤੋਂ ਪਹਿਲਾਂ ਆ ਗਿਆ ਮੈਂਗੋ ਤੇ ਮੈਂਗੋ ਦੇ ਅੰਦਰ ਹੈ ਮੇਜ਼ੋਕਾਰਪ। फिर मैंगो के बाद आंदे स्ट्रॉबेरी स्ट्रॉबेरी ਦੇ ਅੰਦਰ ਥੈਲਮਸ। फिर आंदा कैश्यू नट कैश्यू नट ਦੇ ਅੰਦਰ ਆਪਾਂ ਨੂੰ ਮਿਲਦਾ ਕੋਟਿਲਿਡਨਸ ਪੈਡੰਕਲ ਤੇ ਥੈਲਮਸ ਪੈਡੰਕਲ ਤੇ ਥੈਲਮਸ। ਉਸ ਤੋਂ ਬਾਅਦ ਆਂਦਾ ਵਾਲਨਟ ਕੋਕੋਨਟ ਕੋਕੋਨਟ ਦੇ ਅੰਦਰ ਹੁੰਦਾ ਐਂਡੋਸਪਰਮ ਐਂਡੋਸਪਰਮ ਕੀ ਹੁੰਦਾ ਅੱਗੇ ਆਏਗਾ। ਫਿਰ ਆਂਦਾ ਵਾਲਨਟ ਹੁਣ ਵਾਲਨਟ ਕੀ ਹੈ ਵਾਲਨਟ ਦੇ ਅੰਦਰ ਕੋਟਿਲਿਡਨਸ ਹੁੰਦੇ ਨੇ। ਫਿਰ ਆਂਦਾ ਔਰੇਂਜ
origin ਦੇ ਹੁੰਦੇ pear, ਫਿਰ ਆਉਂਦੇ tomato, ਜੋ center ਤੇ pericarp, ਫਿਰ ਉਸ ਤੋਂ ਬਾਅਦ ਆ ਜਾਂਦੇ banana, banana ਦਿੰਦੇ less developed mesocarp ਤੇ endocarp, ਫਿਰ ਆ ਜਾਂਦੇ apple, thalamus, ਫਿਰ ਆਉਂਦੇ pear, pear ਵੀ thalamus। ਹੁਣ ਇਹਦੇ ਅੰਦਰ ਪ੍ਰੀਵੀਅਸ ਦੇ ਅੰਦਰ ਕਿਹੜੇ ਕਿਹੜੇ ਪੁੱਛੇ ਜਾ ਚੁੱਕੇ ਆ, ਐਪਲ, ਪੀਅਰ, ਫਿਰ ਟੋਮੈਟੋ ਵੀ ਪੁੱਛਿਆ ਜਾ ਚੁੱਕਿਆ ਤੇ ਉਸ ਤੋਂ ਇਲਾਵਾ ਮੈਂਗੋ ਵਗੈਰਾ ਵੀ ਪੁੱਛੇ ਜਾ ਚੁੱਕੇ ਨੇ। ਠੀਕ ਹੈ, ਸਟ੍ਰਾਬੇਰੀ ਵੀ ਪੁੱਛੇ ਗਿਆ। ਹੁਣ ਆ ਜਾਂਦੇ ਉੱਪਰ ਇੱਕ ਵਾਰ ਹੋਰ ਚੱਲਦੇ ਆ। ਉੱਪਰ ਇੱਕ ਟਰਮ ਆਇਆ ਸੀ ਪਾਰਥੀਨੋਕਾਰਪਿਕ ਫਰੂਟ। ਹੁਣ ਪਾਰਥੀਨੋਕਾਰਪਿਕ ਫਰੂਟ ਕੀ ਹੁੰਦਾ ਹੈ ਤੇ ਪਾਰਥੀਨੋਕਾਰਪੀ ਕੀ ਹੁੰਦੀ ਆ। ਠੀਕ ਹੈ, ਸਭ ਤੋਂ ਪਹਿਲਾਂ ਦੇਖਦੇ ਆ ਕਿ ਨੈਚੁਰਲ ਪਾਰਥੀਨੋਕਾਰਪਿਕ ਫਰੂਟਸ ਆਪਣੇ ਇਹਦੇ ਅੰਦਰ ਮਿਲਦੇ ਆ। नेचुरल पार्थिनोकार्पिक फ्रूट्स मिलते हैं मतलब फर्टिलाइजेशन नहीं हुई। फर्टिलाइजेशन नहीं हुई मतलब कि सीड्स एब्सेंट है। पार्थिनोकार्पी अपने मिलते बनाना ते ग्रेप्स के अंदर। फिर उसके बाद आ जाते पार्थिनोकार्पी अनडिजायरेबल के अंदर होएगी। मतलब पार्थिनोकार्पी अनडिजायरेबल ये होएगी जितने भी मतलब फ्रूट्स है या फिर जितने भी प्लांट्स है जिनका सीड एडिबल पार्ट ਹੁੰਦਾ ਹੈ ਤਾਂ ਉਹ ਸਭ ਦੇ ਅੰਦਰ ਅਨਡਿਜ਼ਾਇਰੇਬਲ ਹੋਈ, ਜਿਵੇਂ ਕਿ ਕੋਕੋਨਟ, ਕੋਕੋਨਟ ਦੇ ਅੰਦਰ ਐਂਡੋਸਪਰਮ ਜਿਹੜਾ ਹੁੰਦਾ ਉਹ ਐਡੀਬਲ ਹੁੰਦਾ ਹੈ, ਤਾਂ ਕਰਕੇ ਐਂਡੋਸਪਰਮ ਦਾ ਡਬਲ ਫਰਟੀਲਾਈਜੇਸ਼ਨ ਤੋਂ ਬਾਅਦ ਹੀ ਬਣਦਾ ਹੈ, ਤਾਂ ਕੋਕੋਨਟ ਲਈ ਵੀ ਅਨਡਿਜ਼ਾਇਰੇਬਲ ਹੈ। ਫਿਰ ਆਮੰਡ ਦੇ ਲਈ ਉਹਦਾ ਵੀ ਆਪਾਂ ਕੋਟਿਲਿਡਨ ਖਾਂਦੇ ਹਾਂ, ਫਿਰ ਵੀਟ ਲਈ, ਇਸ ਤੋਂ ਇਲਾਵਾ ਪੀ ਲਈ, ਮੀਜ਼ ਲਈ, ਇਹ ਸਭ ਲਈ ਅਨਡਿਜ਼ਾਇਰੇਬਲ ਹੈ। ਤੇ ਪਾਰਥੀਨੋਕਾਰਪੀ डिजायरेबल कितने है, ये ਇਹਦੇ ਅੰਦਰ ਮਿਲਦਾ ਆਪਾਂ ਨੂੰ, ਜਿਵੇਂ ਕਿ ਐਪਲ ਹੋ ਗਿਆ, ਪੀਅਰ ਹੋ ਗਿਆ, ਮਲਬਰੀ ਹੋ ਗਿਆ, ਉਸ ਤੋਂ ਇਲਾਵਾ ਪਾਈਨਐਪਲ, ਫਿਰ ਫਿਗ, ਤਿੰਨਾਂ ਸਭ ਦੇ ਅੰਦਰ ਹੁੰਦੇ ਡਿਜ਼ਾਇਰੇਬਲ। ਹੁਣ ਆਪਾਂ ਅਗਲੇ ਸੈਸ਼ਨ ਦੇ ਅੰਦਰ ਕੰਟੀਨਿਊ ਕਰਾਂਗੇ। ਆਪਾਂ ਨੇ ਅੱਜ ਇੱਕ ਵਾਰ ਓਵਰਵਿਊ ਦੇਖ ਲੈਣਾ ਕੀ ਕਰਿਆ, ਕਿ ਆਪਾਂ ਨੇ ਅੱਜ ਲੀਵਸ ਤੋਂ ਸਟਾਰਟ ਕੀਤਾ ਸੀ, ਜਦ ਲੀਵਸ ਦਾ ਰਿਮੇਨਿੰਗ ਪਾਰਟ ਸੀ ਫਾਈਲੋਟੈਕਸੀ, फिर इन्फ्लोरेसेंस देखिए, इन्फ्लोरेसेंस टाइप्स देखिए, रेसिमोस, साइमोस, फिर फ्लावर ਉਹਦੇ ਪਾर्ट्स ਦੇਖੇ, ਫਿਰ फ्लावर ਤੇ ਅਰੇਂਜਮੈਂਟ ਦੇਖੀ, ਬਾਕੀ ਜਿੰਨੇ ਵੀ ਉਹਦੇ ਵਰਲਸ ਹੈ ਵਿਦ ਰਿਸਪੈਕਟ ਟੂ ਓਵਰੀ ਜਾਂ ਫਿਰ ਗਾਇਨੋਸ਼ਨ, ਫਿਰ ਪਾर्ट्स ਦੇਖੇ, ਕੈਲਿਕਸ ਕੀ ਹੈ, ਕਰੋਲਾ ਕੀ ਹੈ, ਪਾर्ट्स ਆਫ ਪਲਾਂਟ ਜਿਵੇਂ ਕਿ ਪੈਡੀਕਲ ਨਾਲ ਉਹ ਅਟੈਚ ਹੁੰਦਾ ਸਟੈਮ ਨਾਲ, ਫਿਰ ਆਂਦੇ ਕੈਲਿਕਸ ਜਿਹੜਾ ਆਊਟਰ ਮੋਸਟ ਹੁੰਦਾ ਜਿਹੜਾ ਉਹਨੂੰ ਬਰਡ ਸਟੇਜ ਤੇ ਪ੍ਰੋਟੈਕਟ ਕਰਦਾ, ਫਿਰ ਕਰੋਲਾ ਜਿਹੜਾ ਅਟਰੈਕਟਿਵ ਪਾਰਟ ਹੁੰਦਾ ਪੋਲੀਨੇਸ਼ਨ ਦੇ ਇਨਸੈਕਟਸ ਨੂੰ ਅਟਰੈਕਟ ਕਰਦਾ, ਫਿਰ ਗਾਇਨੋਸ਼ਨ ਤੇ ਐਂਡੋਸ਼ਨ ਵੀ ਹੁੰਦੇ ਸੈਕਸ਼ੂਅਲ ਰੀਪਰੋਡਕਸ਼ਨ ਆਰਗਨਸ। ਠੀਕ ਹੈ, ਫਿਰ ਆ ਜਾਂਦਾ ਇਹਨਾਂ ਦੀ ਅਰੇਂਜਮੈਂਟ ਪੈਟਲਸ ਦੀ ਕਿਵੇਂ ਹੈ, ਇਹਨੂੰ ਕੀ ਬੋਲਦੇ ਆਪਾਂ ਅਰੇਂਜਮੈਂਟ ਨਾ ਐਸਟੀਵੇਸ਼ਨ। ਫਿਰ ਉਸ ਤੋਂ ਬਾਅਦ ਆ ਜਾਂਦਾ ਐਂਡੋਸ਼ਨ ਦੇ ਬਾਰੇ ਆਪਾਂ ਨੇ ਕੀ ਪੜਿਆ, ਕਿ ਉਹਦੀ ਅਟੈਚਮੈਂਟਸ ਕਿਵੇਂ, ਉਹਦੀ ਅਰੇਂਜਮੈਂਟਸ ਕਿਵੇਂ ਹੈ, ਫਿਰ ਗਾਇਨੋਸ਼ਨ ਦੇਖਿਆ, ਫਿਰ ਗਾਇਨੋਸ਼ਨ ਦੀ ਪ੍ਰੈਜੈਂਟੇਸ਼ਨ ਦੇਖਿਆ ਕਿ ਵੇਰੀਅਸ ਅਟੈਚਮੈਂਟ ਕਿਵੇਂ ਹੈ, ਫਿਰ ਫਰੂਟ ਦੇਖਿਆ ਪਾਰਥੀਨੋਕਾਰਪਿਕ ਫਰੂਟ ਕੀ ਹੈ ਤੇ ਅਲੱਗ-ਅਲੱਗ ਫਰੂਟਸ ਦਾ ਐਡੀਬਲ ਪਾਰਟ ਕੀ ਹੈ, ਤੇ ਇੱਕ ਡਾਇਗਰਾਮ ਦੇਖੀ ਕਿ ਸਭ ਤੋਂ ਅੰਦਰ ਸੀਡ ਹੈ ਤੇ ਇਹਦਾ ਕੋਕੋਨਟ ਦਾ ਸੀਡ ਹੀ ਐਡੀਬਲ ਹੈ। ਫਿਰ ਉਸ ਤੋਂ ਬਾਅਦ ਇੱਕ ਥਿਨ ਲੇਅਰ ਹੈ ਐਂਡੋਕਾਰਪ, ਫਿਰ ਮਿਡਲ ਜੂਸੀ ਮੇਸੋਕਾਰਪ, ਇਹਦਾ ਫਾਈਬਰਸ ਮੇਸੋਕਾਰਪ ਹੁੰਦਾ ਕੋਕੋਨਟ ਦੇ ਅੰਦਰ, ਭੁੱਲ ਗਿਆ ਮੇਸੋਕਾਰਪ। ਫਿਰ ਉਸ ਤੋਂ ਬਾਅਦ ਸਭ ਤੋਂ ਬਾਹਰ ਆਏਗਾ ਐਪੀਕਾਰਪ। ਤਾਂ ਨੈਕਸਟ ਆਪਾਂ ਅੱਗੇ ਕੰਟੀਨਿਊ ਕਰਾਂਗੇ ਸੀਡ ਕੀ ਹੈ, ਸਟਰਕਚਰ ਆਫ ਸੀਡ ਕੀ ਹੁੰਦਾ, ਫਿਰ ਮੋਨੋਕੋਟਿਲਿਡਨਸ ਦਾ ਦਾ ਸਟਰਕਚਰ, ਫਿਰ ਉਸ ਤੋਂ ਬਾਅਦ ਇੱਕ ਫਲੋਰਲ ਫਾਰਮੂਲਾਸ ਤੇ ਗੱਲ ਕਰਾਂਗੇ ਕਿ ਫਲੋਰਲ ਫਾਰਮੂਲਾਸ ਕੀ ਹੁੰਦੇ ਨੇ ਤੇ ਵੇਰੀਅਸ ਫੈਮਲੀਜ਼ ਹੈ ਉਹਨਾਂ ਦੇ ਫਲੋਰਲ ਫਾਰਮੂਲਾਸ ਕਿਵੇਂ ਕਿਵੇਂ ਰਹਿੰਦੇ ਨੇ। ਠੀਕ ਹੈ, ਸੋ हैव अ गुड डे एंड हैप्पी लर्निंग। ये चैप्टर बहुत ज़्यादा हाई यील्ड है तो इस चैप्टर पे बहुत अच्छी तरह ध्यान देना है।